सूरज चढ़े हजार, एतै चानण होंदियां, गुर बिन घोर गुरु है बाणी, विच बाणी अमृत सारे। गुर बाणी कहै सेवक जन मानै, परतख गुरु निस्तारे। सो कहो टल गुर सेवियैं, अहनिस सहज सुभाए। दर्शन परसें गुरु कै, जन्म मरण दुख जाए। होवै सिफत खसम दी, नूर अरसों कुरसों झटियै। तुद डिठे सच्चे पातशाह, मल जन्म जन्म दी कट्टी है। सतनाम वाहिगुरु साहिब जीओ। श्री राग महला पहला। वणज करो वणजारिहो, वखर लेहो संभाल। तैसी वस्त विसाही है, जैसी निभै नाल। वणज करो वणजारिहो, वखर लेहो संभाल। तैसी वस्त विसाही है, जैसी निभै नाल। अगै शाह सुजान है, लैसी वस्त समाल। पाई रे राम कहो चित लाए, हर जस वखर लै चलो। सो देखै पति आए, रहाओ। जिन्ना रास न सच है, क्यों तिन्ना सुख होए। खोटै वणज वणजियैं, मन तन खोटा होए। फाही फाथे मिर्ग ज्यों, दुख घणो नित रोए। खोटै पोतै ना पवै, तिन हर गुर दर्श न होए। खोटे जात न पत है, खोट ना सीजस कोए। खोटे खोट कमावना, आए गया पत खोए। नानक मन समझाइए, गुर कै शब्द सालाह। राम नाम रंग रत्या, पार ना परम तिन्ना। हर जप लाहा अगला, निर्भव हर मन माह। नानक मन समझाइए, गुर कै शब्द साला। राम नाम रंग रत्या, पार ना भरम तिना। हर जप लाहा अगला, निर्भव हर मन माह।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡ ਭਾਗਿਓ ਜੋ ਲਾਹੀ ਬਾਣੀ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦੇ ਨਾਲ ਜੁੜਨਾ ਕਰ ਰਹੇ ਹੋ। ਪਾਵਨ ਸਥਾਨ ਤੇ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦਾ ਸਮਾਂ ਹੈ। ਆਓ ਬੜੇ ਪਿਆਰ ਸਤਿਕਾਰ ਨਾਲ ਅਗਲੇ ਸਮੇਂ ਵਾਸਤੇ ਗਿਆਨੀ ਸੁਰਜੀਤ ਸਿੰਘ ਜੀ ਸਬਰਾ ਪਾਸੋਂ ਪਾਵਨ ਬਾਣੀ ਦੇ ਵਿਚਾਰ ਸ਼ਰਵਣ ਕਰੀਏ ਜੀ। ਇਸ ਸਥਾਨ ਤੇ ਚੱਲ ਰਹੀ ਕਾਰ ਸੇਵਾ ਤੇ ਹੋਰ ਕਾਰਜਾਂ ਵਾਸਤੇ ਆਪਣੀ ਮਾਇਆ ਦਸਵੰਤ ਭੇਟਾ ਕਰਕੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਹਰ ਐਤਵਾਰ ਨੂੰ ਹੋਣ ਵਾਲੇ ਅੰਮ੍ਰਿਤ ਸੰਚਾਰ ਵਿੱਚ ਜਿਨ੍ਹਾਂ ਪ੍ਰਾਣੀ ਨੇ ਅੰਮ੍ਰਿਤ ਪਾਨ ਕਰਨਾ ਹੋਵੇ, ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੋ, ਆਪਣੇ ਜੀਵਨ ਨੂੰ ਸਫਲਾ ਕਰੋ। ਆਓ ਜੀ ਅਗਲੇ ਸਮੇਂ ਵਾਸਤੇ ਗਿਆਨੀ ਸੁਰਜੀਤ ਸਿੰਘ ਜੀ ਸਬਰਾ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਾਸੋਂ ਪਾਵਨ ਬਾਣੀ ਦੇ ਵਿਚਾਰ ਸ਼ਰਵਣ ਕਰੀਏ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਸ ਸਿਮਰਤ ਦੁੱਖ ਡੇਰਾ ਢਹੈ, ਜਿਸ ਸਿਮਰਤ ਜਮ ਕਿਛ ਨਾ ਕਹੈ, ਜਿਸ ਸਿਮਰਤ ਹੋਤ ਸੁਕੇ ਹਰੇ, ਜਿਸ ਸਿਮਰਤ ਡੂਬਤ ਪਾਹੁਨ ਤਰੇ, ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ। ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੁਕਉ ਨਾਮ ਨਿਵਾਸ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ।
ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰਹੁ ਵਣਜਾਰਿਹੁ, ਵਖਰ ਲਿਹੁ ਸੰਮਾਲ। ਤੈਸੀ ਵਸਤ ਵਸਾਈਐ, ਜੈਸੀ ਨਿਭੈ ਨਾਲ। ਅੱਗੇ ਸੁਜਾੜ ਹੈ, ਲੈਸੀ ਵਸਤ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲਹੁ। ਸਹ ਦੇਖੈ ਪਤੀ ਆਏ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਵਿੱਚ, ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਭਾਵਨਾ ਸਾਹਿਤ ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦੀ ਵਿੱਚ ਬੈਠ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸਾਈ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਤਰੁੱਟ ਕੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਅਤੇ ਉਸ ਤੋਂ ਵੀ ਵੱਡੇ ਭਾਗ ਕਿ ਗੁਰੂ ਕੀ ਗੋਦ ਨਸੀਬ ਹੋਈ। ਗੁਰੂ ਕੀ ਗੋਦ ਵਿੱਚ ਬੈਠ ਕੇ ਗੁਰੂ ਜਸ ਕਰਨ ਸੁਣਨ ਦਾ ਇਹ ਸ਼ੁਭ ਅਵਸਰ ਪ੍ਰਾਪਤ ਹੋਇਆ ਹੈ, ਕਿਉਂਕਿ ਮਨੁੱਖ ਦੇ ਇਸ ਸੰਸਾਰ 'ਤੇ ਆਉਣ ਦਾ ਸਭ ਤੋਂ ਵੱਡਾ ਲਾਹਾ ਇਹੀ ਹੈ ਕਿ ਮਨੁੱਖ ਆਪਣੇ ਜੀਵਨ ਨੂੰ, ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰ ਲਵੇ। ਸੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪੀ ਬਾਣੀ ਦਾ ਕੀਰਤਨ ਰਾਗੀ ਸਿੰਘਾਂ ਨੇ ਪਿਆਰ ਵਿੱਚ ਸਰਵਣ ਕਰਵਾਇਆ ਹੈ। ਉਪਰੰਤ ਸਿੰਘ ਸਾਹਿਬ ਜੀ ਨੇ ਆਪਾਂ ਨੂੰ ਅੰਮ੍ਰਿਤ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਰਵਣ ਕਰਵਾਇਆ ਹੈ, ਜਿਸ ਸ਼ਬਦ ਦੀ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦੇ ਨਾਲ ਆਪਾਂ ਸਾਰਿਆਂ ਨੇ ਜੁੜਨਾ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਕੇ ਚਰਨਾਂ ਵਿੱਚ ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਸਾਰੇ ਆਪਣੀ ਆਤਮਾ ਪਰਮਾਤਮਾ ਨਾਲ ਜੁੜ ਸਕੇ, ਗੁਰੂ ਨਾਲ ਜੁੜ ਸਕੇ। ਸਤਿਗੁਰੂ ਜੀ ਸਾਡੇ 'ਤੇ ਤਰਸ ਕਰਨ। ਇੱਕ ਵਾਰਾਂ ਸਾਰੀਆਂ ਸਿੱਖ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੀਸ ਝੁਕਾ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਸਤਿਗੁਰੂ ਜੀ ਨੇ ਅੱਜ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚ ਸਤਿਗੁਰੂ ਜੀ ਨੇ ਜੀਵਨ ਦੇ ਅਸਲ ਮਨੋਰਥ ਦਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਅਸਲ ਵਿੱਚ ਜਦੋਂ ਕਦੀ ਸੰਸਾਰ ਦੇ ਵਿੱਚ ਵਿਚਰਦਿਆਂ ਗੱਲ ਕਰੀਏ ਨਾ ਭਾਈ, ਤੇ ਸਹਿਜ ਸੁਭਾਅ ਆਮ ਲੋਕੀ ਗੱਲ ਕਰ ਦਿੰਦੇ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਕਹਿੰਦੇ ਇਹੋ ਹੀ ਜੱਗ ਜਿਹੜਾ ਹੈ, ਇਹੋ ਹੀ ਮਿੱਠਾ ਹੈ, ਅਗਲਾ ਕਿਸ ਨੇ ਵੇਖਿਆ ਹੈ। ਇੱਥੇ ਜੇ ਪੁੱਛੀਏ ਜੀਵਨ ਦਾ ਮਨੋਰਥ ਕੀ ਹੈ, ਤੇ ਬਹੁਤਾਤ ਲੋਕ ਕਹਿੰਦੇ ਹੈ ਖਾਓ ਪੀਓ ਐਸ਼ ਕਰੋ। ਹਾਂ, ਇਹ ਠੀਕ ਹੈ, ਗੁਰਬਾਣੀ ਨੇ ਖਾਣ ਪੀਣ ਤੋਂ ਕਿਤੇ ਮਨਾ ਨਹੀਂ ਕੀਤਾ। ਸਿਹਤ ਨੂੰ ਰਿਸ਼ਟ ਪੁਸ਼ਟ ਰੱਖਣ ਵਾਸਤੇ ਪਦਾਰਥ ਛਕਣੇ ਕੋਈ ਜ਼ੁਲਮ ਨਹੀਂ, ਕੋਈ ਗੁਨਾਹ ਨਹੀਂ, ਕੋਈ ਅਵੱਗਿਆ ਨਹੀਂ। ਪਰ ਇੱਕ ਗੱਲ ਜ਼ਿਹਨ 'ਚ ਰੱਖ ਲੈਣੀ ਕਿ ਜੇ ਅਸੀਂ ਖਾਣ ਪੀਣ ਦੀ, ਪਹਿਨਣ ਦੀ ਗੱਲ ਕਰੀਏ, ਕੋਈ ਕਹਿੰਦੇ ਜੀ ਖਾਓ ਪੀਓ, ਕੋਈ ਕਹਿੰਦਾ ਜੀ ਪਹਿਨੋ,
ਤੇ ਖਾਣ ਪੀਣ ਵਿੱਚ ਮਨੁੱਖ ਜਾਨਵਰਾਂ ਤੇ ਪੰਛੀਆਂ ਤੋਂ ਵੀ ਪਿੱਛੇ ਹੈ। ਝਾਤ ਮਾਰ ਕੇ ਦੇਖੋ, ਲਗੜ ਵਰਗੇ, ਤੋਤਿਆਂ ਵਰਗੇ ਪੰਛੀ ਜਾਨਵਰ ਜਿਹੜੇ ਹੈ ਉਹ ਮੇਵਿਆਂ ਵਰਗੇ ਕੀਮਤੀ ਫਲ ਮਨੁੱਖ ਨਾਲੋਂ ਵੀ ਪਹਿਲਾਂ ਸਭ ਤੋਂ ਚੰਗਾ ਫਲ ਖਾਂਦੇ ਹੈ। ਮਨੁੱਖ ਖਾਣ ਪੀਣ ਵਿੱਚ ਕੋਈ ਇਹ ਬਹੁਤਾ ਅੱਗੇ ਨਹੀਂ ਹੈ। ਤੇ ਜੇ ਗੱਲ ਪਹਿਨਣ ਦੀ ਕਰੀਏ, ਜਿੰਨੀਆਂ ਮਰਜ਼ੀ ਅਸੀਂ ਅੰਡਾ ਬੋਸ਼ਕੀਆਂ ਪਹਿਨ ਛੱਡੀਏ, ਅਤਰ ਫਲੇਲਾਂ ਲਾਈ ਫਿਰੀਏ, ਇਹ ਜਿਹੜੀਆਂ ਸਾਡੀਆਂ ਬੋਸ਼ਕੀਆਂ ਨੇ ਇਹ ਖਰਾਬ ਵੀ ਹੋ ਜਾਂਦੀਆਂ, ਫਟ ਵੀ ਜਾਂਦੀਆਂ, ਮੈਲੀਆਂ ਵੀ ਹੋ ਜਾਂਦੀਆਂ ਹੈ। ਲੇਕਿਨ ਝਾਤ ਮਾਰ ਕੇ ਦੇਖੋ, ਮੋਰ ਵਰਗਾ ਪੰਛੀ ਕਿੱਡਾ ਖੂਬਸੂਰਤ ਹੈ, ਕਦੀ ਵਰਦੀ ਵੀ ਖਰਾਬ ਨਹੀਂ ਹੁੰਦੀ। ਤੇ ਕਹਿਣ ਦੇਣਾ ਕਿ ਮਨੁੱਖ ਨਾ ਪਹਿਨਣ ਵਿੱਚ ਇਹ ਮੋਰੀ ਹੈ ਤੇ ਨਾ ਖਾਣ ਪੀਣ ਵਿੱਚ ਮੋਰੀ ਹੈ। ਲੇਕਿਨ ਗੁਰਬਾਣੀ ਨੇ ਇੱਕ ਗੱਲ ਬੜੀ ਪਿਆਰੀ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਹੈ ਕਿ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਮਨੁੱਖ ਨੂੰ ਇਸ ਧਰਤੀ ਦਾ ਸਰਦਾਰ ਬਣਾ ਕੇ ਭੇਜਿਆ ਹੈ। ਤੇ ਜਦੋਂ ਇਸ ਧਰਤੀ ਦੇ ਸਰਦਾਰ ਦੀ ਅੱਜ ਦੀ ਤਾਰੀਖ ਵਿੱਚ ਦੁਰਦਸ਼ਾ ਅਸੀਂ ਦੇਖਦੇ ਹਾਂ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 550 ਸਾਲ ਪਹਿਲਾਂ ਦੇਖੀ ਤੇ ਇਹ ਸਾਰੀ ਧਰਤੀ ਪ੍ਰਿਥਵੀ ਜਿਹੜੀ ਸੀ ਜਲਤੀ ਦਿਖਾਈ। ਇੱਥੋਂ ਦੀ ਧਰਤੀ ਦੀ ਪੁਕਾਰ ਹੋਈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਵਿੱਚ ਆ ਕਰਕੇ ਸੰਸਾਰ ਨੂੰ ਇੱਕ ਨਵਾਂ ਰਸਤਾ ਦਿਖਾਇਆ, ਕਿਉਂਕਿ ਸੰਸਾਰ ਵਿੱਚ ਐਸੇ ਹਾਲਾਤ ਹੋ ਗਏ ਸਨ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਇੱਥੇ ਧੁੰਦ ਪੈ ਗਈ ਸੀ। ਅੰਧੇਰੇ ਵਿੱਚ ਤੇ ਕੁਝ ਨਾ ਕੁਝ ਲਾਈਟ ਜਗਾ ਕੇ ਅਸੀਂ ਦੇਖ ਲੈਂਦੇ ਹਾਂ, ਪਰ ਜਦੋਂ ਧੁੰਦ ਪੈ ਜਾਵੇ ਤੇ ਧੁੰਦ ਵਿੱਚ ਕੁਝ ਵੀ ਨਜ਼ਰ ਨਹੀਂ ਆਉਂਦਾ। ਦੇਖਿਆ ਹੋਏਗਾ ਧੁੰਦਾਂ ਦੇ ਵਿੱਚ ਸਰਦੀਆਂ ਵਿੱਚ ਗੱਡੀਆਂ ਰੁਕ ਜਾਂਦੀਆਂ ਨੇ, ਮਨੁੱਖਾ ਲਾਈਫ ਜਿਹੜੀ ਹੈ ਉਹ ਰੁਕ ਜਾਂਦੀ ਹੈ। ਅਸਲ ਵਿੱਚ ਗੁਰੂ ਸਾਹਿਬ ਜੀ ਸਮਝਾਉਣਾ ਚਾਹੁੰਦੇ ਸੀ ਆਤਮਿਕ ਉન્નਤੀ ਜਿਹੜੀ ਹੈ, ਆਤਮਿਕ ਤੌਰ 'ਤੇ ਇਹ ਮਨੁੱਖ ਦੇ ਜੀਵਨ ਵਿੱਚ ਰੌਸ਼ਨੀ ਹੋ ਜਾਵੇ। ਆਤਮਿਕ ਤੌਰ 'ਤੇ ਮਨੁੱਖ ਦੇ ਜੀਵਨ ਵਿੱਚ ਧੁੰਦ ਪਈ ਹੋਈ ਸੀ, ਜੋ ਅੱਜ ਵੀ ਕਈ ਵਾਰਾਂ ਦੇਖਣ ਨੂੰ ਮਿਲਦਾ ਹੈ ਕਿ ਪਈ ਹੋਈ ਹੈ। ਸਾਰਿਆਂ ਦੀ ਗੱਲ ਤਾਂ ਨਹੀਂ ਆਪਾਂ ਕਰਾਂਗੇ, ਕਿਉਂਕਿ ਬਹੁਤ ਸਾਰੀਆਂ ਰੂਹਾਂ ਜਿਹੜੀਆਂ ਗੁਰੂ ਨਾਲ ਜੁੜ ਗਈਆਂ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਜਿਨ੍ਹਾਂ ਦੇ ਜਿਹਨ ਵਿੱਚ, ਜਿਨ੍ਹਾਂ ਦੀ ਸੁਰਤ ਅੰਦਰ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ। ਕਿਉਂਕਿ ਇੱਥੇ ਗੱਲ ਮੈਂ ਕਹਿ ਦੇਵਾਂ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਕੋਈ ਗੱਲ ਨਹੀਂ ਬਣਦੀ। ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ, ਉਹ ਚਾਹੇ ਗੂੰਗੇ ਦੇ ਉੱਤੇ ਕਰ ਦੇਵੇ, ਚਾਹੇ ਅੰਧੇ ਦੇ ਉੱਤੇ ਕਰ ਦੇਵੇ। ਅੰਧੇ ਨੂੰ ਵੀ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ ਜਦੋਂ ਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਗੁਰੂ ਦੀ ਬਖਸ਼ਿਸ਼ ਤੋਂ ਮੁਨਕਰ ਹੋਣਾ ਇਹ ਵੱਡੀ ਅਵੱਗਿਆ ਹੈ, ਬਹੁਤ ਵੱਡੀ ਅਵੱਗਿਆ ਹੈ। ਭਾਵੇਂ ਅੱਜ ਕਈ ਵੀਰ ਇਸ ਗੱਲ ਤੋਂ ਮੁਨਕਰ ਹੋਣ ਲੱਗ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ, ਜਿਹੜੀਆਂ ਰੂਹਾਂ ਨੇ ਆਪਣਾ ਆਪਾਂ, ਗੱਲ ਯਾਦ ਰੱਖਿਓ, ਗੁਰੂ ਬਖਸ਼ਿਸ਼ ਤੇ ਸਾਰਿਆਂ ਤੇ ਕਰਦਾ ਹੈ। ਤੁਸੀਂ ਕਹੋਗੇ ਸਾਰਿਆਂ ਤੇ ਨਹੀਂ ਕਰਦਾ, ਕਿਉਂਕਿ ਜਿਨ੍ਹਾਂ ਤੇ ਕਹਿੰਦੇ ਹੋ ਗਈ, ਹਾਂ ਹੋਣੀ ਉਸੇ ਤੇ ਹੈ ਜਿਹਨੇ ਆਪਣਾ ਆਪਾ ਗੁਰੂ ਅੱਗੇ ਰੱਖਿਆ। ਇਹ ਬਖਸ਼ਿਸ਼ ਉਸੇ ਤੇ ਹੋਣੀ ਹੈ, ਉਸੇ ਦਾ ਹੀ ਅੰਦਰੋਂ ਧੁੰਦ ਖਤਮ ਹੋਣੀ ਹੈ। ਆਤਮਾ ਵਿੱਚ ਜਿਹੜੀ ਧੁੰਦ ਹੈ ਨਾ, ਅਗਿਆਨਤਾ ਦਾ ਅੰਧੇਰਾ ਹੈ। ਆਪਾਂ ਪੜ੍ਹਦੇ ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਇਸ ਸੰਸਾਰ ਨੂੰ ਰੌਸ਼ਨੀ ਦਿੰਦੀ ਹੈ, ਪ੍ਰਕਾਸ਼ ਦਿੰਦੀ ਹੈ। ਹਿਰਦੇ ਦੇ ਅੰਦਰ ਜਿਹੜਾ ਅਗਿਆਨਤਾ ਦਾ ਅੰਧੇਰਾ ਹੈ ਉਸ ਨੂੰ ਦੂਰ ਕਰਦੀ ਹੈ। ਇਹ ਗੁਰਬਾਣੀ ਨੇ ਆਤਮਿਕ ਦੀਪਕ ਜਿਹੜਾ ਬੁਝਿਆ ਹੋਇਆ ਹੈ ਉਹਨੂੰ ਜਗਾ ਦੇਣਾ ਹੈ, ਰੌਸ਼ਨੀ ਕਰ ਦੇਣੀ ਹੈ, ਪ੍ਰਕਾਸ਼ ਕਰ ਦੇਣਾ ਹੈ। ਲੇਕਿਨ ਮਨੁੱਖ ਉਲਝ ਕੇ ਰਹਿ ਗਿਆ, ਆਪਣੇ ਜੀਵਨ ਦੇ ਅਸਲ ਮਕਸਦ ਨਾਲੋਂ ਟੁੱਟ ਗਿਆ। ਤੇ ਜਦੋਂ ਇਹ ਸੰਸਾਰ ਤੇ ਆਇਆ ਹੋਇਆ ਹਰ ਮਨੁੱਖ ਆਪਣੇ ਜੀਵਨ ਦੇ ਅਸਲ ਮਕਸਦ ਨਾਲੋਂ ਟੁੱਟ ਗਿਆ ਤੇ ਇਹ ਸੰਸਾਰ ਸਮਾਜਿਕ ਬੁਰਾਈਆਂ ਦਾ ਘਰ ਬਣ ਗਿਆ। ਇਹ ਜਿੰਨਾ ਅਨਰਥ ਹੁੰਦਾ ਹੈ ਨਾ, ਇਹ ਹੁੰਦਾ ਕਦੋਂ ਹੈ? ਅਨਰਥ ਹੋਣ ਦਾ ਕਾਰਨ ਇਹ ਹੈ ਕਿ ਮਨੁੱਖ ਆਪਣੀ ਅਸਲੀ ਗੱਲ ਨੂੰ ਪਹਿਚਾਣਦਾ ਨਹੀਂ ਹੈ, ਇਸ ਕਰਕੇ ਅਨਰਥ ਹੁੰਦਾ ਹੈ। ਜਿੰਨੀਆਂ ਅਵਗਿਆਵਾਂ ਹੁੰਦੀਆਂ ਨੇ ਰੱਬ ਤੋਂ ਟੁੱਟਣ ਕਰਕੇ, ਜਿਹੜੇ ਮਨੁੱਖ ਇੱਥੇ ਧਾਰਮਿਕ ਤੌਰ 'ਤੇ ਵੀ ਸੀਗੇ, ਜਿਹੜੇ ਧਰਮੀ ਲੋਕ ਵੀ ਸੀਗੇ, ਧਰਮੀ ਲੋਕਾਂ ਨੇ ਵੀ ਕਈ ਵਾਰਾਂ, ਜਦੋਂ ਉਦੋਂ ਤੱਕ ਧਰਮੀ ਲੋਕ ਠੀਕ ਹੈ ਜਦੋਂ ਤੱਕ ਉਹਨਾਂ ਦੇ ਜੀਵਨ ਵਿੱਚ ਅਸਲ ਤੱਤ ਹੈ, ਜੀਵਨ ਵਿੱਚ ਤੱਤ ਹੈ, ਰੱਬ ਨਾਲ ਜੁੜਿਆ ਹੈ ਤਾਂ ਠੀਕ ਹੈ। ਲੇਕਿਨ ਜਦੋਂ ਤੱਤ ਵਿੱਚੋਂ ਚਲਿਆ ਜਾਵੇ, ਕੇਵਲ ਉਹ ਕਰਮ ਧਰਮ ਦੇ ਕਰਮ ਕਾਂਡ ਬਣ ਜਾਂਦੇ ਨੇ। ਜਦੋਂ ਉਹਨਾਂ ਦੇ ਵਿੱਚੋਂ ਧਰਮ ਦੀਆਂ ਜਿਹੜਾ ਅਸਲੀ ਰੌਸ਼ਨੀ ਹੈ ਮਾਈਨਸ ਹੋ ਜਾਵੇ, ਖਤਮ ਹੋ ਜਾਵੇ, ਮੁੱਕ ਜਾਵੇ,
ਅਸਲੀ ਗਿਆਨ ਜਿਹੜਾ ਗੁਰੂ ਨੇ ਬਖਸ਼ਿਸ਼ ਕੀਤਾ ਹੈ, ਅਸਲੀ ਜਿਹੜੀ ਰਹਿਮੋ ਕਰਮ ਕੀਤਾ ਹੈ, ਜਦੋਂ ਉਹ ਨਿਕਲ ਜਾਂਦਾ ਹੈ, ਇਸ ਸੰਸਾਰ ਦੇ ਉੱਤੇ ਧਾਰਮਿਕ ਆਗੂਆਂ ਦੀ ਵੀ ਜਿਹੜੀ ਦੁਰਦਸ਼ਾ ਸੀ ਉਹ ਵੀ ਇੱਦਾਂ ਦੀ ਹੋ ਗਈ। ਗੁਰੂ ਨੂੰ ਕਹਿਣਾ ਪੈ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਚਨ ਕਰਨੇ ਪੈ ਗਏ ਕਿ ਇੱਥੋਂ ਦੇ ਧਾਰਮਿਕ ਆਗੂ, ਕਿਉਂਕਿ ਸੰਸਾਰੀ ਲੋਕਾਂ ਦੀ ਹਾਲਤ ਤਾਂ ਬਦਤਰ ਹੈ ਹੀ ਸੀ। ਕਹਿੰਦੇ ਕਾਜੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਖਾਏ, ਜੋਗੀ ਜੁਗਤ ਨਾ ਜਾਣੇ ਅੰਤੀ ਨੇ ਉਜਾੜੇ ਕਾ ਬੰਦ ਬਣ ਗਿਆ, ਕਦੋਂ ਜਦੋਂ ਅਸਲ ਮਕਸਦ ਨਾਲੋਂ ਟੁੱਟ ਗਿਆ। ਧਾਰਮਿਕ ਲਿਬਾਸ ਪਹਿਨੇ ਹੈ, ਦਿਖਾਵਾ ਧਰਮੀਆਂ ਵਾਲਾ ਹੈ, ਤੇ ਸਤਿਗੁਰੂ ਜੀ ਨੂੰ ਜਦੋਂ ਧਰਮੀਆਂ ਵਾਲਾ ਦਿਖਾਵਾ ਤਾਂ ਹੈ ਪਰ ਉਹਦੇ ਵਿੱਚ ਕਰਮ ਧਰਮੀਆਂ ਵਾਲੇ ਨਹੀਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਜਨੇਊ ਪਾਉਣ ਲੱਗੇ ਤੇ ਕਹਿੰਦੇ ਨਹੀਂ ਭਾਈ ਇਹ ਨਹੀਂ ਪਾਉਣਾ। ਕਿਉਂ? ਕਿਉਂਕਿ ਇਹਦੇ ਵਿੱਚੋਂ ਜਿਹੜਾ ਕਰਮ, ਧਰਮ ਦਾ ਕਰਮ ਉਹ ਮਾਈਨਸ ਹੋ ਚੁੱਕਾ ਹੈ। ਜੇ ਅਸਲ ਜਨੇਊ ਕਿਹੜਾ ਹੈ, ਜਿਹੜਾ ਆਤਮਾ ਦਾ ਅਸਲ ਜਨੇਊ ਹੈ, ਸਤਿਗੁਰੂ ਜੀ ਨੇ ਉਹਦੇ ਵਿੱਚ ਜ਼ਿਕਰ ਕੀਤਾ ਦਇਆ ਦਾ, ਸੰਤੋਖ ਦਾ, ਸੱਚ ਦਾ, ਇਹ ਚੀਜ਼ਾਂ ਤੇ ਜਤ ਦਾ। ਚਾਰ ਗੱਲਾਂ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕਰਕੇ ਸਮਝਾਈਆਂ ਕਿ ਧਰਮੀ ਮਨੁੱਖ ਦੀ ਪਹਿਚਾਣ ਕੀ ਹੈ। ਕਹਿੰਦੇ ਇਹ ਪਹਿਚਾਣ ਉਹਦੇ ਜੀਵਨ ਵਿੱਚ ਦਇਆ ਹੋਵੇ। ਸਭ ਤੋਂ ਪਹਿਲੀ ਪਹਿਚਾਣ ਜੇ ਕੋਈ ਹੈ ਤੇ ਮਨੁੱਖ ਦੇ ਜੀਵਨ ਵਿੱਚ ਦਇਆ ਦੀ ਪਹਿਚਾਣ ਹੈ। ਜੇ ਧਰਮੀ ਦੇ ਅੰਦਰ, ਆਤਮਾ ਦੇ ਅੰਦਰ ਦਇਆ ਨਹੀਂ ਹੈ ਤੇ ਬੇਸ਼ੱਕ ਉਹਨੇ ਧਰਮੀਆਂ ਵਾਲਾ ਲਿਬਾਸ ਪਹਿਨਿਆ ਹੋਵੇ, ਫਿਰ ਭੇਖ ਦਿਖਾਵਨ ਜਗਤ ਕੋ ਲੋਗਨ ਕੋ ਬਸਕੀਨ ਵਾਲੀ ਗੱਲ ਹੈ ਨਾ, ਜੇ ਉਹਦੀ ਆਤਮਾ ਅੰਦਰ ਦਇਆ ਨਹੀਂ ਹੈ। ਦੂਸਰੀ ਗੱਲ ਸਤਿਗੁਰੂ ਜੀ ਨੇ ਸਮਝਾਈ ਹੋਈ ਹੈ ਕਿ ਤੇਰੇ ਕੋਲ ਸੰਤੋਖ ਹੋਣਾ ਚਾਹੀਦਾ ਹੈ। ਅੱਜ ਕਈ ਵਾਰਾਂ ਦੇਖਣ ਵਿੱਚ ਆਉਂਦਾ ਹੈ ਕਿ ਬਾਹਰੋਂ ਦੇਖਣ ਨੂੰ ਮਨੁੱਖ ਕਈ ਵਾਰਾਂ ਭੁਲੇਖਾ ਖਾ ਜਾਂਦਾ ਹੈ ਕਿ ਇਹ ਮਨੁੱਖ ਧਰਮੀ ਹੈ, ਪਰ ਉਹਦੇ ਕੋਲ ਜਾ ਕੇ ਜਦੋਂ ਪਤਾ ਲੱਗਦਾ ਹੈ ਕਿ ਧਰਮੀ ਨਹੀਂ ਹੈ। ਜਿਵੇਂ ਸਿੰਬਲ ਦਾ ਰੁੱਖ ਬੜਾ ਉੱਚਾ ਹੁੰਦਾ ਹੈ, ਪਰ ਸਿਮਲ ਦੇ ਰੁੱਖ ਦੇ ਆਸ ਕਰਕੇ ਪੰਛੀ ਆਉਂਦੇ ਹੈ ਕਿ ਇਹਦੇ ਕੋਲੋਂ ਮਿੱਠਾ ਫਲ ਖਾਣ ਨੂੰ ਮਿਲੇਗਾ, ਪਰ ਜਦੋਂ ਕੋਲ ਆਉਂਦੇ ਤੇ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਹੈ। ਇਹ ਹਾਲਾਤ ਧਾਰਮਿਕ ਆਗੂਆਂ ਕੋਲੋਂ ਵੀ ਕਈ ਵਾਰਾਂ ਜਾਇਆ ਜਾਂਦਾ ਹੈ। ਉਹਦੇ ਤੋਂ ਇਹ ਆਸ ਕਰਕੇ ਜਾਇਆ ਜਾਂਦਾ ਹੈ ਕਿ ਇਹਦੇ ਕੋਲੋਂ ਕੋਈ ਚੰਗਾ ਮਿਲ ਜਾਏਗਾ, ਕੁਛ ਬਖਸ਼ਿਸ਼ ਹੋਏਗੀ, ਪਰ ਨਿਰਾਸ਼ ਹੋ ਕੇ ਮੁੜਨਾ ਪੈਂਦਾ ਜਦੋਂ ਉਹਦੇ ਕੋਲੋਂ ਵੀ ਉਹ ਸੰਤੋਖ ਨਹੀਂ ਹੁੰਦਾ, ਉਹਦੇ ਕੋਲ ਵੀ ਉਹੀ ਲੋਭ ਤੇ ਉਹੀ ਲਾਲਚ ਹੁੰਦਾ ਹੈ। ਇੱਥੇ ਇੱਕ ਗੱਲ ਮੈਂ ਹੋਰ ਜ਼ਰੂਰ ਕਹਿ ਦੇਵਾਂ, ਇਹਦਾ ਮਤਲਬ ਇਹ ਨਾ ਸਮਝ ਲੈਣਾ ਕਿ ਧਰਮੀ ਨੂੰ ਕੋਈ ਧਨ ਦੀ ਲੋੜ ਨਹੀਂ ਹੁੰਦੀ, ਉਹਨੂੰ ਜਾਂ ਕੋਈ ਹੋਰ, ਹਾਂ ਉਹਦੀਆਂ ਲੋੜਾਂ ਹੁੰਦੀਆਂ ਨੇ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਭਾਈ ਭਗੀਰਥ ਜੀ ਆਉਂਦੇ ਆ। ਭਾਈ ਭਗੀਰਥ ਜੀ ਜਦੋਂ ਆਉਂਦੇ ਆ ਤੇ ਮਨ ਵਿੱਚ ਇਹ ਸੋਚ ਕੇ ਆਉਂਦੇ ਆ ਕਿ ਉਹਨਾਂ ਦਾ ਬੜਾ ਜੀਵਨ ਇਸ ਤਰ੍ਹਾਂ, ਉਹਨਾਂ ਨੇ ਵੱਖਰੇ ਵਸਤਰ ਪਾਏ ਹੋਣਗੇ, ਮਾਲਾ ਫੜੀ ਹੋਏਗੀ, ਸਿਮਰਨ ਵਿੱਚ ਲੱਗੇ ਹੋਣਗੇ। ਤਾਂ ਉਸ ਵਕਤ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਉਂਦੇ, ਦੇਖਦੇ ਜਿਵੇਂ ਦਾ ਮੈਂ ਵਪਾਰੀ ਉਵੇਂ ਦੇ ਇਹ ਵਪਾਰੀ ਹੈ। ਗੁਰੂ ਨਾਨਕ ਸਾਹਿਬ ਜੀ ਮੋਦੀ ਖਾਨਾ ਦੇ ਵਿੱਚ ਪਹਿਲੇ ਦਿਨ ਭਾਈ ਭਗੀਰਥ ਜੀ ਦਰਸ਼ਨ ਕਰਨ ਆਉਂਦੇ ਤੇ ਦੇਖ ਕੇ ਹੈਰਾਨ ਹੁੰਦੇ ਆ ਕਿ ਮੇਰੇ ਵਿੱਚ ਤੇ ਇਹਨਾਂ ਵਿੱਚ ਫਰਕ ਕੋਈ ਨਹੀਂ ਹੈ। ਫਿਰ ਕੀ ਹੋਇਆ, ਕੁਝ ਸਮਾਂ ਬੈਠ ਗਏ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕਿਰਤ ਕਰਨ ਦਾ ਵੀ ਤਰੀਕਾ ਅਲੱਗ ਹੈ। ਉਹਨਾਂ ਦੇ ਅੰਦਰ ਸੰਤੋਖ ਵਾਲਾ ਤਰੀਕਾ ਹੈ। ਵਪਾਰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਤੇ ਵਪਾਰ ਦਾ, ਕੰਮ ਕਰਨ ਦਾ, ਕਿਰਤ ਕਰਨ ਦੀ ਇਹ ਨਹੀਂ ਕਿਹਾ ਕਿ ਨਹੀਂ ਕਰਨੀ। ਕਿਰਤ ਕਰਨ ਦੀ ਤੇ ਗੱਲ ਕੀਤੀ ਪਹਿਲੇ ਨੰਬਰ ਤੇ, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਜੀ ਨੇ ਦ੍ਰਿੜ ਕਰਾਈਆਂ। ਕਿਰਤ ਤੋਂ ਮੁਨਕਰ ਹੋਣ ਲਈ ਨਹੀਂ ਸੀ ਕਿਤੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ। ਗੁਰੂ ਨਾਨਕ ਸਾਹਿਬ ਜੀ ਨੇ ਖੁਦ ਵੀ ਕਿਰਤ ਕੀਤੀ, ਜਿੱਥੇ ਵਪਾਰ ਕੀਤਾ, ਖੇਤੀ ਕੀਤੀ। ਸਤਿਗੁਰੂ ਸਾਹਿਬ ਜੀ ਨੇ ਵਪਾਰ ਕਿਵੇਂ ਦਾ ਹੋਣਾ ਚਾਹੀਦਾ, ਵਪਾਰੀ ਜਿਹੜਾ ਉਹਦੇ ਕੋਲ ਵਪਾਰ ਕਰਨ ਦਾ ਢੰਗ ਤਰੀਕਾ ਕੀ ਹੋਣਾ ਚਾਹੀਦਾ। ਯਾਦ ਰੱਖੋ, ਜਿਸ ਵਪਾਰੀ ਦੇ ਕੋਲ ਸੱਚ ਦਾ ਵਪਾਰ ਹੋਵੇ ਉਹਦੇ ਵਪਾਰ ਵਿੱਚ ਬਰਕਤ ਹੁੰਦੀ ਹੈ। ਜਿਸ ਕੋਲ ਝੂਠ ਦਾ ਵਪਾਰ ਹੋਏ ਉਹਦੇ ਕੋਲ ਕੋਈ ਬਰਕਤ ਨਹੀਂ ਹੁੰਦੀ। ਇਹ ਯਾਦ ਰੱਖਣਾ। ਠੱਗੀਆਂ ਮਾਰ ਕੇ ਕੀਤਾ ਹੋਇਆ ਧਨ ਇਕੱਠਾ ਇਹ ਮਨੁੱਖ ਦਾ ਸਾਥ ਨਹੀਂ ਜੇ ਦਿੰਦਾ। ਇੱਥੋਂ ਤੇ ਕਾਰੂ ਬਾਦਸ਼ਾਹ ਵਰਗੇ ਵੀ ਖਾਲੀ ਹੱਥ ਚਲੇ ਗਏ। ਸੋ ਕਹਿਣ ਦੇਣਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਜੀਵਨ ਦਾ ਅਸਲ ਮਨੋਰਥ ਸਮਝਾਉਣ ਦਾ ਯਤਨ ਕੀਤਾ ਹੈ। ਇਹ ਜਿਹੜੇ ਸੰਸਾਰ ਦੇ ਉੱਤੇ ਅਸੀਂ ਆਏ ਹਾਂ, ਇਹ ਜਿਹੜੀ ਮਨੁੱਖਾ ਦੇਹੀ ਮਿਲੀ ਹੈ, ਕਾਹਦੇ ਵਾਸਤੇ ਮਿਲੀ ਹੈ? ਕਦੇ ਅਸੀਂ ਸੋਚਿਆ? ਅਸੀਂ ਇਹੀ ਸੋਚਿਆ ਖਾਓ ਪੀਓ, ਧਨ ਕਮਾਓ, ਪੈਸਾ ਇਕੱਠਾ ਕਰੋ, ਵੱਡੇ ਵੱਡੇ ਮਹਿਲ ਬਣਾ ਲਓ, ਬੜੀਆਂ ਬੜੀਆਂ ਦੌਲਤਾਂ ਇਕੱਠੀਆਂ ਕਰ ਲਓ। ਦੁਨੀਆ ਦੀ ਸਾਰੀ ਦੌਲਤ ਆਪਣੇ ਕੋਲ ਇਕੱਠੀ ਕਰਨ ਲਈ ਦਿਨ ਰਾਤ ਮਨੁੱਖ ਨੇ ਯਤਨ ਕੀਤਾ ਹੋਇਆ ਕਿ ਸਾਰਾ ਧਨ ਮੇਰੇ ਕੋਲ ਆ ਜਾਵੇ।
ਇਹੀ ਮਨੋਰਥ ਸਮਝ ਲਿਆ। ਲੇਕਿਨ ਸਤਿਗੁਰੂ ਜੀ ਨੂੰ ਪੁੱਛੀਏ, ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੋਰੀ। ਇਹ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਕਾਹਦੇ ਵਾਸਤੇ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋ ਨਾ ਧਰਤੀ ਦਾ ਹੈ, ਬਿੰਦ ਨਾ ਧਰਤੀ ਦੀ ਰੱਖਿਆ ਕਰਨ ਵਾਲੇ ਦਾ। ਜਿਹੜਾ ਪਰਮਾਤਮਾ ਜਿਹਨੇ ਇਹ ਸ੍ਰਿਸ਼ਟੀ ਬਣਾਈ ਹੈ, ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ, ਉਸ ਪਰਮਾਤਮਾ ਨੂੰ ਮਿਲਣ ਲਈ ਇਹ ਰੱਬ ਜੀ ਨੇ ਇੱਕ ਤੈਨੂੰ ਮੌਕਾ ਦਿੱਤਾ ਹੈ। ਕਹਿ ਦਿੰਦੇ ਨਾ, ਇੱਕ ਤੈਨੂੰ ਮੌਕਾ ਦਿੱਤਾ। ਰੱਬ ਜੀ ਕਹਿੰਦੇ ਤੈਨੂੰ ਇੱਕ ਮੌਕਾ ਦਿੱਤਾ ਹੈ। ਅਸੀਂ ਇੱਕ ਮੌਕਾ ਲੈ ਕੇ ਆਏ ਹਾਂ ਅਤੇ ਇਹ ਮੌਕਾ ਮਿਲਿਆ ਜਿਹੜਾ ਹੈ ਨਾ, ਇੰਨਾ ਸੌਖਾ ਨਹੀਂ ਮਿਲ ਗਿਆ, ਬੜੀ ਮੁਸ਼ਕਲ ਨਾਲ। ਜਦੋਂ ਭਾਈ ਸਾਹਿਬ ਜੀ ਕਈ ਵਾਰ ਹੁਕਮਨਾਮਾ ਲੈਣ ਲੱਗੇ ਆ ਜਾਂ ਗੁਰਦੁਆਰਾ ਸਾਹਿਬ ਵਿੱਚ ਤੁਕ ਪੜ੍ਹਦੇ ਨਾ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨ ਆਏ ਜੀਓ। ਅਤੇ ਕਈ ਇਹ ਸਮਝਦੇ ਹੈ ਭਾਈ ਜੀ ਅਸੀਂ ਥੋੜ੍ਹੀ ਦੂਰੋਂ ਆਏ ਹਾਂ, ਅਸੀਂ ਤਾਂ ਬਿਲਕੁਲ ਗੁਰਦੁਆਰੇ ਦੇ ਲਾਗੋਂ ਆਏ, ਸਾਡਾ ਘਰ ਗੁਰਦੁਆਰੇ ਦੀ ਕੰਧ ਨਾ ਕੰਧ ਸਾਂਝੀ। ਕੋਈ ਇਸ ਕਹਿ ਸਕਦਾ ਹੈ? ਭਾਈ ਜੀ ਇਹ ਸਾਡੇ ਵਾਸਤੇ ਬਾਣੀ ਦੀ ਤੁਕ ਨਹੀਂ। ਅਤੇ ਇੱਥੋਂ ਤੱਕ ਭਾਈ ਦੇ ਨਿਆਣੇ ਤਾਂ ਕਹਿ ਸਕਦੇ ਅਸੀਂ ਤਾਂ ਰਹਿੰਦੇ ਹੀ ਗੁਰਦੁਆਰੇ ਵਿੱਚ, ਅਸੀਂ ਤਾਂ ਧਾਰਮਿਕ ਅਸਥਾਨ 'ਤੇ ਰਹਿੰਦੇ, ਅਸੀਂ ਥੋੜ੍ਹੀ ਦੂਰੋਂ ਆਏ ਹਾਂ। ਨਹੀਂ, ਇਹ ਕੀ ਹੈ? ਦੂਰੋਂ ਕਿੱਥੋਂ ਕੁ ਜਿਉਂ ਚੱਲ ਕੇ ਆਏ ਹਾਂ। ਇਹ ਸਤਿਗੁਰੂ ਜੀ ਦੀ ਬਾਣੀ ਤੋਂ ਪੁੱਛੀਏ ਅਤੇ ਸਤਿਗੁਰੂ ਜੀ ਦੱਸਦੇ ਦੂਰੋਂ ਕਿੱਥੋਂ ਕੁ ਜਿਉਂ ਚੱਲ ਕੇ ਆਏ ਹਾਂ। ਸਾਹਿਬ ਕਹਿੰਦੇ ਕਈ ਜਨਮ ਭੈ ਕੀਟ ਪਤੰਗਾ। ਇਹ ਮਨੁੱਖ ਇੱਕ ਜਨਮ ਨਹੀਂ, ਤੂੰ ਕਈ ਜਨਮ ਕੀੜੇ ਤੇ ਪਤੰਗੇ ਬਣਿਆ। ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮ ਤੂੰ ਹਾਥੀ ਬਣਿਆ, ਕਈ ਜਨਮ ਤੂੰ ਮੱਛੀ ਬਣਿਆ, ਕਈ ਜਨਮ ਤੂੰ ਹਿਰਨ ਬਣਿਆ। ਇੱਥੇ ਇੱਕ ਜਨਮ ਨਹੀਂ, ਕਈ ਕਈ ਜਨਮ ਇੱਕ ਇੱਕ ਜੂਨ ਵਿੱਚ ਬਤੀਤ ਕੀਤੇ ਹੈ। ਜਿਹੜੀ 84 ਲੱਖ ਦਾ ਗੇੜਾ ਹੈ ਨਾ, ਇਹਦੇ ਵਿੱਚੋਂ ਲੰਘ ਕੇ ਆਏ ਹੈ। ਦੂਰੋਂ ਕਿੱਥੋਂ ਜੋ ਚੱਲੇ ਹੈ, ਕੀੜਿਆਂ ਪਤੰਗਿਆਂ ਵਿੱਚੋਂ, ਪਹਾੜਾਂ ਵਿੱਚੋਂ ਨਿਕਲਦਾ ਹੈ। ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮ ਪੰਖੀ ਸਰਪ ਹੋਇਓ। ਕਈ ਜਨਮ ਪੰਛੀ ਬਣ ਕੇ ਅਸਮਾਨ ਵਿੱਚ ਉੱਡਦਾ ਰਿਹਾ ਅਤੇ ਕਈ ਜਨਮ ਸੱਪ ਬਣ ਕੇ ਧਰਤੀ 'ਤੇ ਪੇਲਦਾ ਰਿਹਾ। ਇਹ ਮਨੁੱਖ ਦੀ ਦਸ਼ਾ ਹੈ ਕਿ ਕਿੱਥੋਂ ਜੋ ਅਸੀਂ ਚੱਲ ਕੇ ਆਏ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਈ ਜਨਮ ਤੂੰ ਦਰਖਤ ਬਣ ਕੇ ਪਹਾੜ 'ਤੇ ਖੜਾ ਰਿਹਾ, ਕਈ ਜਨਮ ਤੂੰ ਪਹਾੜ ਬਣਿਆ, ਕਈ ਇਹਨਾਂ ਵਿੰਗੀਆਂ ਟੇਢੀਆਂ 84 ਲੱਖ। ਮਿਲ ਜਗਦੀਸ਼। ਜਗਦੀਸ਼ ਦਾ ਅਰਥ ਹੈ ਪਰਮਾਤਮਾ। ਇਹ ਆਤਮਾ ਦਾ ਸਫ਼ਰ ਚੱਲਦਾ ਹੈ। ਇਹਨੇ ਪਰਮਾਤਮਾ ਵਿੱਚ, ਪਰਮ ਆਤਮਾ ਵਿੱਚ ਲੀਨ ਹੋਣਾ ਹੈ। ਅਸਲ ਮਨੋਰਥ ਮਨੁੱਖ ਦਾ ਕੀ ਹੈ? ਪ੍ਰਾਣੀ ਤੂੰ ਆਇਆ ਲਾਹਾ ਲੈਣ। ਲਾਹਾ ਕਿਹੜਾ ਲੈਣ ਵਾਸਤੇ ਹੈ? ਕਿ ਇਹ ਲਾਹਾ ਲੈਣ ਵਾਸਤੇ ਹੈ ਕਿ ਪਰਮਾਤਮਾ ਮਿਲ ਜਗਦੀਸ਼। ਪਾਣੀ ਦੀ ਬੂੰਦ ਦਾ ਸਫ਼ਰ ਓਨੀ ਦੇਰ ਤੱਕ ਚੱਲਦਾ ਰਹਿੰਦਾ ਹੈ, ਭਾਵੇਂ ਉਹ ਹਵਾ ਵਿੱਚ ਭਾਫ ਬਣ ਕੇ ਉੱਡੇ, ਚਾਹੇ ਉਹ ਨਾਲੀਆਂ ਵਿੱਚ ਵਹਿੰਦੀ ਹੋਵੇ, ਚਾਹੇ ਨਦੀਆਂ ਵਿੱਚ ਵਹਿੰਦੀ ਹੋਵੇ। ਜਿੰਨੀ ਦੇਰ ਤੱਕ ਆਪਣੇ ਅਸਲੇ ਨਾਲ, ਮੂਲ ਨਾਲ, ਸਮੁੰਦਰ ਨਾਲ ਉਹ ਇੱਕ ਨਹੀਂ ਹੋ ਜਾਂਦੀ, ਓਨੀ ਦੇਰ ਤੱਕ ਉਹਦਾ ਸਫ਼ਰ ਚੱਲਦਾ ਹੈ। ਮਨੁੱਖ ਵੀ ਆਪਣੇ ਅਸਲੇ ਨਾਲ, ਇਹ ਆਤਮਾ ਨੇ ਪਰਮਾਤਮਾ ਵਿੱਚ ਲੀਨ ਹੋਣਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਇਹਨੇ ਲੀਨ ਹੋਣਾ ਹੈ। ਸਾਹਿਬ ਕਹਿੰਦੇ ਮਿਲ ਜਗਦੀਸ਼। ਮਿਲਣ ਕੀ ਬਰੀਆ। ਇਹ ਤੇਰੀ ਵਾਰੀ ਹੈ ਪਰਮਾਤਮਾ ਨੂੰ ਮਿਲਣ ਦੀ। ਚਿਰੰਕਾਲ, ਬੜੇ ਲੰਬੇ ਸਮੇਂ ਬਾਅਦ, ਬੜੇ ਚਿਰਾਂ ਬਾਅਦ ਇਹ ਦੇਹ, ਆ ਜਿਹੜੀ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ। ਮੈਂ ਇਹ ਕਹਿੰਦਾ ਹੁੰਦਾ, ਇੱਥੇ ਇੱਕ ਉਦਾਹਰਨ ਮੈਨੂੰ ਲੱਗਦਾ ਬੜੀ ਫਿੱਟ ਬੈਠਦੀ ਹੈ। ਕੋਈ ਬੰਦਾ, ਅੱਜ ਕੱਲ੍ਹ ਤਾਂ ਅਸੀਂ ਪਹਿਲੀ ਮੰਜ਼ਿਲ 'ਤੇ ਵੀ ਚੜ੍ਹਨਾ ਹੋਵੇ ਨਾ ਅਤੇ ਲਿਫਟਾਂ ਲਵਾ ਲਈਆਂ, 1-2 ਮੰਜ਼ਿਲਾਂ ਚੜ੍ਹਨਾ ਪੈ ਜੇ ਜਾਂ 3 ਮੰਜ਼ਿਲਾਂ ਕਿਤੇ ਚੜ੍ਹਨਾ ਪੈ ਜਾਏ ਅਤੇ ਸਾਹ ਨਹੀਂ ਰਲਦਾ, ਕਿਉਂਕਿ ਸਰੀਰ ਕਮਜ਼ੋਰ ਹੋ ਗਿਆ, ਫਾਸਟ ਫੂਡ ਜ਼ਿਆਦਾ ਖਾਈ ਜਾਂਦੇ। ਜੀਵਨ ਦਾ ਮਨੋਰਥ ਜਿਹੜਾ ਖਾਣਾ ਖੁਣਾ ਸਮਝ ਲਿਆ ਅਤੇ ਬੇਢੰਗਾ ਬੇਲੋੜਾ ਖਾ ਕੇ ਅਸੀਂ ਇੱਦਾਂ ਦਾ ਸਰੀਰ ਆਪਣਾ ਕਮਜ਼ੋਰ ਅਤੇ ਨਿਰਬਲ ਕਰ ਲਿਆ। ਇਸੇ ਤਰ੍ਹਾਂ ਆਤਮਾ ਵੀ ਨਿਰਬਲ ਅਤੇ ਕਮਜ਼ੋਰ ਹੋ ਚੁੱਕੀ ਹੈ, ਕਿਉਂਕਿ ਨਾ ਅਸਨੇ ਚੱਜ ਦਾ ਖਾਧਾ ਹੈ, ਪੇਟ ਵਿੱਚ ਪਾਇਆ ਹੈ, ਨਾ ਸੁਰਤ ਵਿੱਚ ਚੰਗਾ ਪਾਇਆ ਹੈ। ਮੈਂ ਕਹਿੰਦਾ ਹੁੰਦਾ, ਨਾ ਅਸੀਂ ਖਾਂਦੇ ਚੰਗਾ ਹਾਂ, ਨਾ ਅਸੀਂ ਦੇਖਦੇ ਚੰਗਾ ਹਾਂ, ਨਾ ਅਸੀਂ ਸੁਣਦੇ ਚੰਗਾ ਹਾਂ। ਨਾ ਸਾਡੇ ਅੰਦਰ ਜਿੰਨੀ ਵੀ ਇਨਕਮਿੰਗ ਜਾ ਰਹੀ ਹੈ, ਚਾਹੇ ਪੇਟ ਵਿੱਚ ਜਾ ਰਹੀ ਹੈ, ਚਾਹੇ ਸੁਰਤ ਵਿੱਚ ਜਾ ਰਹੀ ਹੈ, ਸਾਰਾ ਹੀ ਗੰਦ 'ਤੇ ਜਾ ਰਿਹਾ ਅਤੇ ਮਨੁੱਖ ਦੀ ਹਾਲਤ ਚੰਗੀ ਕਿਵੇਂ ਹੋ ਸਕਦੀ ਹੈ? ਇਸ ਕਰਕੇ ਮਨੁੱਖ ਆਪਣੇ ਮੂਲ ਨਾਲੋਂ, ਆਪਣੇ ਅਸਲੇ ਨਾਲੋਂ ਟੁੱਟ ਚੁੱਕਾ। ਇਹਦੀ ਹਾਲਤ ਜਿਹੜੀ ਹੈ ਉਹ ਬਿਲਕੁਲ ਬਹੁਤ ਬਦਤਰ ਹੋ ਚੁੱਕੀ। ਸਤਿਗੁਰੂ ਜੀ ਨੇ ਇਹ ਸਮਝਾਉਣ ਦਾ ਯਤਨ ਕੀਤਾ ਕਿ ਅਸਲ ਲਾਹਾ ਕਿਹੜਾ ਲੈਣ ਵਾਸਤੇ ਆਏ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹਾਂ ਖਾਟ ਚਲੋ ਹਰ ਲਾਹਾ।
ਇੱਥੇ ਲਾਹਾ ਖੱਟ ਕੇ ਜਾਓ, ਆਗੈ ਬਸਨ ਸੁਹੇਲਾ। ਅਗਲਾ ਤੇਰਾ ਜਿਹੜਾ ਜੀਵਨ ਹੈ, ਅਗਲਾ ਤੇਰਾ ਸੁਹੇਲਾ ਹੋ ਜਾਵੇਗਾ, ਸੁਹਾਵਣਾ ਹੋ ਜਾਵੇਗਾ। ਮੈਂ ਕਹਿੰਦਾ ਨਾ ਕਿ ਜਿਹੜੀਆਂ ਪੌੜੀਆਂ ਚੜ੍ਹ ਕੇ ਅਸੀਂ ਆਉਨੇ ਨਾ, ਮਨੁੱਖ ਪੌੜੀਆਂ ਚੜ੍ਹ ਕੇ 1 ਮੰਜ਼ਿਲ 2 ਮੰਜ਼ਿਲ 3 ਮੰਜ਼ਿਲਾਂ ਚੜ੍ਹੇ ਤੇ ਥੱਕ ਜਾਏਗਾ। ਜੇ 5ਵੀਂ 7ਵੀਂ ਤੇ ਚੜ੍ਹਨਾ ਹੋਵੇ ਤੇ ਬਹੁਤ ਬੁਰਾ ਹੋ ਜਾਏਗਾ। ਜੇ 10ਵੀਂ 12ਵੀਂ ਤੇ ਚੜ੍ਹਨਾ ਹੋਵੇ, ਜੇ 100 ਕੁ ਮੰਜ਼ਿਲ ਚੜ੍ਹਨਾ ਹੋਵੇ ਤੇ ਮੈਨੂੰ ਲੱਗਦਾ ਕੋਈ ਪਹਿਲਵਾਨ ਤੇ ਭਾਵੇਂ ਹੋਵੇ ਜਿਹੜਾ ਚੜ੍ਹ ਜਾਵੇ। ਆਮ ਮਨੁੱਖ ਦੀ ਹਾਲਤ ਤੇ ਮੁਸ਼ਕਲ ਹੈ ਨਾ। ਪਰ ਜੇ ਕਿਤੇ ਉਹਨੇ ਲੱਖ ਕੁ ਮੰਜ਼ਿਲ ਉੱਚੀ ਜਾਣਾ ਹੋਵੇ ਪੌੜੀਆਂ ਚੜ੍ਹ ਕੇ, ਉਹਦੀ ਕੀ ਹਾਲਤ ਹੋਏਗੀ। ਪਰ ਜੇ ਕਿਸੇ ਮਨੁੱਖ ਨੇ ਇਸ ਤੋਂ ਵੀ ਉੱਪਰ ਜਾਣਾ ਹੋਵੇ, 84 ਲੱਖ ਪੌੜੀ ਚੜ੍ਹ ਕੇ ਜਾਣਾ ਹੋਵੇ, ਇਹ ਸੋਚੋ 84 ਲੱਖ ਮੰਜ਼ਿਲ ਹੋਵੇ, 84 ਲੱਖ ਮੰਜ਼ਿਲ ਹੋਵੇ ਤੇ ਉਹਨੇ ਚੜ੍ਹ ਕੇ ਪਹੁੰਚੇ। ਪਰ ਕੋਈ ਐਸਾ ਮਨੁੱਖ ਹੋਵੇ, ਐਸਾ ਹੋਵੇ ਕਿ ਜਿਹੜਾ 84 ਲੱਖ ਪੌੜੀ ਚੜ੍ਹ ਕੇ ਪਹੁੰਚ ਗਿਆ। ਹੁਣ ਮਨੁੱਖਾ ਦੇ ਹੀ ਕੀ ਹੈ, ਇਹ 84 ਲੱਖ ਜੂਨਾਂ ਦੇ ਇਹ ਪੌੜੇ ਮੰਨ ਲਓ ਤੇ 84 ਲੱਖ ਪੌੜੀ ਚੜ੍ਹ ਕੇ ਉੱਪਰਲੇ ਪੌੜੇ ਤੇ ਪਹੁੰਚ ਗਿਆ। ਹੁਣ ਇੱਥੋਂ ਦਰਵਾਜ਼ਾ ਖੁੱਲ੍ਹਣਾ ਹੈ ਤੇ ਸੱਚਖੰਡ ਵਿੱਚ ਪ੍ਰਵੇਸ਼ ਹੋਣਾ ਹੈ। ਆਤਮਾ ਨੇ ਪਰਮਾਤਮਾ, ਸੱਚਖੰਡ ਮੀਨਜ਼ ਪਰਮਾਤਮਾ ਵਿੱਚ ਲੀਨ ਹੋਣਾ ਸੀ। ਲੇਕਿਨ ਹੋਇਆ ਕੀ, ਹੱਥ 'ਚੋਂ ਪੌੜੀ ਛੁੱਟ ਗਈ, ਪੈਰ ਤਿਲਕ ਗਿਆ। ਕਿਉਂ? ਕਿਉਂਕਿ ਇਹਨੇ ਅਸਲ ਨੂੰ ਪਹਿਚਾਣਿਆ ਨਹੀਂ। ਜਿਹੜੀ ਤਾਕਤ ਨਾਲ ਅੱਗੇ ਦਰਵਾਜ਼ਾ ਖੁੱਲ੍ਹਣਾ ਸੀਗਾ ਉਹ ਤੇ ਛੱਡ ਦਿੱਤੀ। ਹੁਣ ਉੱਥੇ ਆ ਕੇ ਇਹਨੇ ਚਿੱਕੜ ਪੈਦਾ ਕਰ ਲਿਆ, ਲੋਭ ਦਾ, ਮੋਹ ਦਾ। ਇਹ ਮੋਹ ਦਾ ਚਿੱਕੜ ਜਿਹੜਾ ਸੀ ਉਹ ਤੋਂ ਪੈਰ ਫਿਸਲ ਗਿਆ, ਮਨੁੱਖਾ ਦੇਹੀ ਦਾ ਪੈਰ ਫਿਸਲ ਗਿਆ। ਤੇ ਜਦੋਂ ਹੁਣ 84 ਲੱਖ ਦੇ ਸਿਰੇ ਤੇ ਗਿਆ, ਉੱਥੋਂ ਪੈਰ ਫਿਸਲ ਜਾਵੇ ਫਿਰ ਉਹ ਥੱਲੇ ਆ ਗਿਆ। ਹੁਣ 84 ਲੱਖ ਦੀ ਫਿਰ ਦੁਬਾਰਾ ਇਹ ਸ਼ੁਰੂ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਨਹੀਂ, ਵੇਖੀ ਕਿਤੇ ਇੱਦਾਂ ਨਾ ਕਰਿਆ ਜੇ। ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਸਤਿਗੁਰੂ ਜੀ ਕਹਿੰਦੇ ਲਾਹਾ ਖੱਟ ਕੇ ਜਾਇਓ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਤੇਰਾ ਅਗਲਾ ਸਫ਼ਰ ਜਾਏਗਾ ਜੇ ਇੱਥੇ ਲਾਹਾ ਖੱਟ ਲਵੇਂਗਾ। ਤੇ ਜਿਹੜਾ ਪਿਛਲਾ ਸਫ਼ਰ ਤੂੰ ਕੀਤਾ ਹੈ, ਸਭ ਤੋਂ ਵੱਡਾ ਜੇ ਕੋਈ ਦੁੱਖ ਹੈ ਤੇ ਉਹ ਜੰਮਣ ਮਰਨ ਦਾ ਹੈ। ਤੇਰਾ ਜੰਮਣ ਮਰਨ ਦਾ ਗੇੜ ਖਤਮ, ਫਿਨਿਸ਼, ਮੁੱਕ ਗਿਆ ਤੇਰਾ ਸਫ਼ਰ। ਹੁਣ ਕਹਿੰਦੇ ਵੀ ਆ ਜਾ ਭਾਈ, ਹੁਣ ਤੇਰਾ ਸਾਰੀਆਂ ਗੱਲਾਂ ਮੁੱਕੀਆਂ। ਇੱਕੋ ਗੱਲ ਜਿਹਨ 'ਚ, ਕਿਉਂਕਿ ਹੁਣ ਪਿਛਲੇ ਤੇਰੇ ਸਾਰੇ ਖਤਮ ਹੋ ਗਏ। ਇਹ ਜਦੋਂ ਅਸੀਂ ਗੁਰੂ ਦੀ ਗੋਦ 'ਚ ਆਏ, ਗੁਰੂ ਨੇ ਇਹ ਬਖਸ਼ਿਸ਼ ਕੀਤੀ, ਝੋਲੀ ਵਿੱਚ ਪਾਈ। ਆਓ ਇਸ ਅੱਜ ਦੇ ਅੰਮ੍ਰਿਤ ਬਚਨ ਦੀ ਜਿਹੜੀ ਸਾਂਝ ਹੈ ਉਹ ਕਰਨ ਦਾ ਆਪਾਂ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਰਾਗਾਂ ਵਿੱਚੋਂ ਸ਼੍ਰੋਮਣੀ ਰਾਗ ਸ਼੍ਰੀ ਰਾਗ ਹੈ, ਜਿਸ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੋਇਆ ਹੈ। ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ। ਵਣਜਾਰਾ ਜਿਹੜਾ ਵਣਜ ਕਰਨ ਵਾਲਾ ਹੈ, ਵਪਾਰੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਜਿਹੜਾ ਵਪਾਰੀ ਹੋਵੇ, ਵਪਾਰੀ ਜੇ ਤਾਂ ਕੋਈ ਬੱਚੇ ਨੂੰ, ਕੋਈ ਪੁੱਤਰ ਨੂੰ ਪੈਸੇ ਦੇ ਕੇ, ਧਨ ਦੇ ਕੇ ਤੋਰੇ ਕਿ ਜਾ ਪੁੱਤ ਲਾਹਾ ਖੱਟ ਕੇ ਆਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੈਸੇ ਦੇ ਕੇ ਮਹਿਤਾ ਕਾਲੂ ਜੀ ਨੇ ਭੇਜਿਆ, ਜਾਓ ਪੁੱਤਰ ਲਾਹਾ ਖੱਟ ਕੇ ਲਿਆਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ 20 ਰੁਪਏ ਦਿੱਤੇ ਲਾਹਾ ਖੱਟਣ ਵਾਸਤੇ। ਪਰ ਜਦੋਂ ਲਾਹਾ ਖੱਟ ਕੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਲਾਹਾ ਤਾਂ ਖੱਟ ਕੇ ਆਏ, ਪਰ ਉਸ ਅਸਲ ਲਾਹੇ ਦਾ ਪਿਤਾ ਨੂੰ ਹੀ ਪਤਾ ਨਹੀਂ ਕਿ ਮੇਰਾ ਪੁੱਤਰ ਕਿੰਨਾ ਲਾਹਾ ਖੱਟ ਕੇ ਆਇਆ। ਉਹਨਾਂ ਸੋਚਿਆ ਕਿ ਪੈਸੇ ਗਵਾ ਆਇਆ ਹੈ। ਉਹਨਾਂ ਨੂੰ, ਕਿਉਂਕਿ ਉਹਨਾਂ ਕੋਲ ਜਿਹੜਾ ਨਜ਼ਰੀਆ ਹੈ ਧਨ ਨੂੰ ਕਮਾਉਣ ਵਾਲਾ ਹੈ, ਧਨ ਨੂੰ ਇਕੱਠਾ ਕਰਨ ਵਾਲਾ ਸੋਚਦੇ ਨੇ। ਲੇਕਿਨ ਉਹਨਾਂ ਨੇ ਆਤਮਾ ਦਾ ਰਸਤਾ ਸਾਫ਼ ਕੀਤਾ ਹੈ, ਆਤਮਾ ਨੂੰ ਪਰਮਾਤਮਾ ਵਿੱਚ ਲੀਨ, ਕਿਉਂਕਿ ਉਹਨਾਂ ਨੇ ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਕਰਕੇ ਭਲਾ ਦਾ ਕੰਮ ਕੀਤਾ ਹੈ। ਉਹਨਾਂ ਨੇ ਵੱਡਾ ਕੰਮ ਕੀਤਾ ਹੈ। ਜਦੋਂ ਕਈ ਵਾਰ ਪਤਾ ਨਾ ਹੋਵੇ ਤੇ ਮਨੁੱਖ ਭੁਲੇਖਾ ਖਾ ਜਾਂਦਾ। ਤੇ ਜੇ ਕੋਈ ਪੁੱਤਰ ਨੂੰ ਕੋਈ ਬਾਪ ਧਨ ਦੇ ਕੇ ਤੋਰੇ, ਜਾ ਪੁੱਤ ਆ ਤੈਨੂੰ ਪੈਸੇ ਦਿੱਤੇ, ਇਹਦਾ ਵਪਾਰ ਕਰ ਤੇ ਆਪਣਾ ਅਗਲਾ ਤੋਰ, ਪਰਿਵਾਰ ਦਾ ਗੁਜ਼ਾਰਾ ਚਲਾਉਣਾ ਹੈ। ਤੇ ਉਹ ਪੁੱਤਰ ਉਸ ਧਨ ਨੂੰ ਲਟਾ ਆਵੇ ਤੇ ਕੀ ਹੁੰਦਾ ਹੈ, ਬਾਪ ਨਿਰਾਸ਼ ਹੋ ਜਾਂਦਾ ਹੈ, ਬਾਪ ਨੂੰ ਗੁੱਸਾ ਆ ਜਾਂਦਾ ਹੈ। ਜਿਵੇਂ ਮਹਿਤਾ ਕਾਲੂ ਜੀ ਨੂੰ ਆ ਗਿਆ ਕਿ ਤੈਨੂੰ 20 ਰੁਪਏ ਤੇ ਧਨ ਕਮਾਉਣ ਵਾਸਤੇ ਦਿੱਤੇ, ਤੁਸੀਂ ਲਟਾ ਕੇ ਆ ਗਏ। ਗੁਰੂ ਨਾਨਕ ਸਾਹਿਬ ਜੀ ਤੇ ਵੀ ਗੁੱਸਾ ਆ ਗਿਆ, ਕਿਉਂਕਿ ਸਮਝਦੇ ਨਹੀਂ ਸਨ। ਹਾਲਾਂਕਿ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਵਪਾਰ ਕੀਤਾ ਸੀਗਾ, ਪਰ ਇਸ ਗੱਲ ਦੀ ਉਹਨਾਂ ਨੂੰ ਸੋਝੀ ਨਾ ਹੋਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਹਨੇ ਸਾਨੂੰ ਇੱਥੇ
ਧਨ ਦੇ ਕੇ ਭੇਜਿਆ ਕਿ ਲਾਹਾ ਖੱਟੋ ਕਮਾਈ ਕਰੋ। ਧਨ ਕਿਹੜਾ ਦਿੱਤਾ ਜੀ? ਸਾਨੂੰ ਇੱਕ ਰਾਸ ਪੂੰਜੀ ਦਿੱਤੀ। ਕਹਿੰਦੇ ਰਾਸ ਪਾ ਲਿਓ ਆਪਣੀ ਦੁਕਾਨ ਵਿੱਚ, ਆਪਣੇ ਕਾਰੋਬਾਰ ਵਿੱਚ, ਆਪਣੇ ਵਪਾਰ ਵਿੱਚ। ਗੁਰੂ ਨਾਨਕ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇੱਕ ਰਾਸ ਪੂੰਜੀ ਦਿੱਤੀ ਸਵਾਸਾਂ ਦੀ। ਆ ਲਓ ਰਾਸ ਪੂੰਜੀ, ਇਹ ਸਵਾਸਾਂ ਦੀ ਰਾਸ ਪੂੰਜੀ ਹੈ ਤੇ ਇਹਦੇ ਨਾਲ ਆ ਜਿਹੜਾ ਜੀਵਨ ਹੈ ਇਹਦਾ ਹੁਣ ਅਗਲਾ ਦਰਵਾਜ਼ਾ ਖੁੱਲ੍ਹ ਜਾਏਗਾ। ਤੁਸੀਂ ਆਤਮਾ ਨੂੰ ਪਰਮਾਤਮਾ 'ਚ ਲੀਨ ਕਰਨ ਦਾ ਇੱਕ ਮੌਕਾ ਤੁਹਾਨੂੰ ਦੇ ਦਿੱਤਾ, ਕਿਉਂਕਿ ਤੁਸੀਂ 84 ਲੱਖ ਦੇ ਗੇੜ ਤੋਂ ਲੰਘਦਿਆਂ ਮਨੁੱਖਾ ਦੇਹੀ ਤੱਕ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ, ਧਰਤੀ ਦਾ ਸਰਦਾਰ ਬਣਾ ਕੇ ਇਸ ਨੂੰ ਭੇਜਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਇਹ ਭਾਈ ਵਣਜਾਰਿਓ, ਇਹ ਜਿਹੜੀ ਰਾਸ ਪੂੰਜੀ ਦਿੱਤੀ ਹੈ ਨਾ ਤੁਸੀਂ ਵਪਾਰੀਓ, ਵਪਾਰ ਕਰਨ ਵਾਸਤੇ ਦਿੱਤੀ ਹੈ ਤੇ ਇੱਥੋਂ ਲਾਹਾ ਖੱਟੋ, ਇੱਥੋਂ ਵਖਰ ਜਿਹੜਾ ਹੈ ਸੌਦਾ ਸੰਭਾਲ ਲਵੋ। ਕਿਉਂਕਿ ਸੌਦਾ ਕੀ ਹੈ? ਸੌਦਾ ਹੈ ਪਰਮਾਤਮਾ ਦੇ ਨਾਮ ਦਾ ਸੌਦਾ ਹੈ, ਰਾਮ ਦੇ ਨਾਮ ਦਾ ਸੌਦਾ। ਪਰਮਾਤਮਾ ਦੇ ਨਾਮ ਦੇ ਸੌਦੇ ਦਾ ਲਾਹਾ ਖੱਟਣਾ ਹੈ, ਹੋਰ ਕੋਈ ਲਾਹਾ ਨਹੀਂ ਖੱਟਣਾ। ਇਹ ਸਵਾਸਾਂ ਦੀ ਪੂੰਜੀ ਨਾਲ ਉਸ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਨ ਵਾਲਾ ਉਹ ਢੰਗ ਤਰੀਕਾ ਵਰਤਣਾ ਹੈ, ਉਹ ਵਪਾਰ ਕਰਨਾ ਹੈ। ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਕਹਿੰਦੇ ਉਹ ਵਸਤੂ ਦੀ ਸੰਭਾਲ ਕਰੋ ਜਿਹੜੀ ਵਸਤੂ ਤੁਹਾਡੇ ਨਾਲ ਨਿਭ ਜਾਵੇ। ਆਤਮਾ ਦੇ ਨਾਲ ਲੈ ਕੇ ਜਾਣਾ ਹੋਵੇ, ਥੋੜ੍ਹਾ ਬਹੁਤਾ ਧਨ ਜਾਣਾ ਹੋਵੇ ਤੇ ਮਨੁੱਖ ਲੈ ਜਾ ਸਕਦਾ ਹੈ। ਜਦੋਂ ਪਰਮਾਤਮਾ ਦੇ ਦਰ 'ਤੇ ਆਤਮਾ ਨੇ ਪੇਸ਼ ਹੋਣ ਵਾਸਤੇ ਜਾਣਾ ਹੈ ਨਾ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਜਦੋਂ ਦਰਗਾਹ ਦੇ ਵਿੱਚ ਆਤਮਾ ਨੇ ਪੇਸ਼ ਹੋਣਾ ਹੈ ਤੇ ਉਸ ਵਕਤ ਇਹਦੇ ਨਾਲ ਜਿਹੜਾ ਜਾਣਾ ਹੈ ਉਹ ਲਾਹਾ ਖੱਟਿਆ ਹੋਇਆ ਜਾਣਾ ਹੈ, ਜਿਹਨੂੰ ਦੇ ਕੇ ਦਰਵਾਜ਼ਾ ਖੁੱਲ੍ਹਣਾ ਹੈ। ਅਸਲ 'ਚ ਉਸ ਪਰਮਾਤਮਾ ਵਿੱਚ ਲੀਨ ਹੋਣ ਵਾਲੀ ਜਿਹੜੀ ਗੱਲ ਹੈ ਨਾ, ਉਹ ਰਾਸ ਪੂੰਜੀ ਕਿਹੜੀ ਹੈ? ਨਾਮ ਧਨ ਦੀ ਹੈ। ਸਤਿਗੁਰੂ ਜੀ ਕਹਿੰਦੇ ਐਸੀ ਉਹ ਵਸਤੂ ਸੰਭਾਲੋ ਕਿਹੜੀ? ਜਿਹੜੀ ਤੁਹਾਡੇ ਨਾਲ ਆਤਮਾ ਦੇ ਨਾਲ ਜਾ ਸਕੇ। ਅਸੀਂ ਧਨ ਇਕੱਠਾ ਕੀਤਾ, ਬੜੇ ਪਦਾਰਥ ਇਕੱਠੇ ਕੀਤੇ, ਇੱਥੇ ਲਾਹਾ ਬੜਾ ਖੱਟਿਆ, ਸੰਸਾਰ ਦੀ ਵਾਹਵਾ ਖੱਟ ਲਈ, ਪਰ ਨਿਰੰਕਾਰ ਦੀ ਵਾਹਵਾ ਤੋਂ ਵਾਂਝੇ ਰਹਿ ਗਏ। ਨਿਰੰਕਾਰ ਤੋਂ ਅਸੀਂ ਦੂਰ ਚਲਿਆ ਗਿਆ, ਆਤਮਾ ਪਰਮਾਤਮਾ ਤੋਂ ਦੂਰ ਚਲ ਗਈ, ਸਿਮਰਨ ਤੋਂ ਦੂਰ ਚਲ ਗਈ, ਸੇਵਾ ਤੋਂ ਦੂਰ ਚਲ ਗਈ। ਆਤਮਾ ਪਰਮਾਤਮਾ 'ਚ ਲੀਨ ਹੋਣ ਵਾਲਾ ਐਫਰਟ ਤੇ ਕੀਤਾ ਹੀ ਕੋਈ ਨਹੀਂ, ਯਤਨ ਤੇ ਕੀਤਾ ਹੀ ਕੋਈ ਨਹੀਂ। ਹੋਰ ਧਨ ਬੜਾ ਇਕੱਠਾ ਕੀਤਾ, ਇੱਥੇ ਬੜੀਆਂ ਰਾਜ ਸਰਕਾਰਾਂ, ਬੜੀਆਂ ਸ਼ਕਤੀਆਂ ਹਾਸਲ ਕਰ ਲਈਆਂ, ਧਨ ਹਾਸਲ ਕਰ ਲਏ, ਪਰ ਇੱਥੋਂ ਦੀਆਂ ਕਾਰਾਂ, ਇੱਥੋਂ ਦੀਆਂ ਗੱਡੀਆਂ, ਇੱਥੋਂ ਦੇ ਵਿਲੇ ਜਿਹੜੇ ਬਣਾਏ ਉਹ ਇੱਥੇ ਹੀ ਰਹਿ ਗਏ। ਇਹਦੀ ਆਤਮਾ ਦੇ ਨਾਲ ਦਰਗਾਹ ਵਿੱਚ ਜਾਣ ਲਈ ਕੋਈ ਵੀ ਤਿਆਰ ਨਹੀਂ ਹੋਇਆ। ਇੱਕ ਉਦਾਹਰਨ ਬੜੀ ਪਿਆਰੀ ਹੈ। ਕਹਿੰਦੇ ਹੈ ਕਿ ਇੱਕ ਦਿਨ ਕੋਈ ਪ੍ਰਾਣੀ ਬੜੀ ਮਿਹਨਤ ਕਰਦਾ ਰਿਹਾ, ਚੜ੍ਹਾਈ ਕਰ ਗਿਆ। ਜਦੋਂ ਚੜ੍ਹਾਈ ਕਰ ਗਿਆ ਨਾ ਤੇ ਉਸ ਮਨੁੱਖ ਨੂੰ ਜਦੋਂ ਕੱਢਣ ਲੱਗੇ ਬਾਹਰ ਤੇ ਉਸ ਦੀ ਡੈਥ ਵੇਲੇ ਉਹਦੀਆਂ ਲੱਤਾਂ ਖਿਲ ਰਹੀਆਂ ਸਨ ਤੇ ਉਹ ਉੱਥੇ ਆਕੜ ਗਈਆਂ। ਬਾਹਰ ਕੱਢਣ ਲੱਗੇ, ਘਰ ਦਾ ਦਰਵਾਜ਼ਾ ਛੋਟਾ ਸੀ, ਬਾਹਰ ਨਿਕਲੇ ਨਾ। ਕਹਿੰਦੇ ਦਰਵਾਜ਼ਾ ਪੱਟ ਕੇ ਇਹਨੂੰ ਬਾਹਰ ਕੱਢ ਲਓ, ਹੁਣ ਬਾਹਰ ਤੇ ਕੱਢਣਾ ਡੈੱਡ ਬੋਡੀ। ਤੇ ਉਹਦੀ ਘਰ ਵਾਲੀ ਕਹਿੰਦੀ ਨਹੀਂ ਭਾਈ, ਇਹ ਤੇ ਮਰਨ ਵਾਲਾ ਮਰ ਗਿਆ, ਦਰਵਾਜ਼ਾ ਕੌਣ ਲਾਏਗਾ? ਸਾਥ ਕੋਈ ਨਹੀਂ ਜੇ ਦਿੰਦਾ। ਇਹ ਹਾਲਾਤ ਬਣ ਜਾਂਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਐਸੀ ਵਸਤ ਵਸਾਈਏ। ਜਿਹੜਾ ਧਨ ਇਕੱਠਾ ਕਰ ਕਰਕੇ ਮਹਿਲ ਬਣਾਇਆ ਸੀ, ਉਹ ਮਹਿਲ ਸਾਥ ਨਹੀਂ ਦਿੱਤਾ। ਪਤੀ ਪਤਨੀ ਵੀ ਸਾਥ ਨਹੀਂ ਦਿੰਦੀ, ਧੀਆਂ ਪੁੱਤਰ ਸਾਥ ਨਹੀਂ ਦਿੰਦੇ। ਜਿਨ੍ਹਾਂ ਦੋਸਤਾਂ ਮਿੱਤਰਾਂ 'ਤੇ ਬੜਾ ਯਕੀਨ ਰੱਖਦਾ ਹੈ, ਬੜਾ ਭਰੋਸਾ ਕਰਦਾ, ਉਹ ਵੀ ਸਾਥ ਨਹੀਂ ਦਿੰਦੇ। ਜੇ ਸਾਥ ਆਤਮਾ ਦਾ ਦਿੰਦਾ ਤੇ ਕੇਵਲ ਪਰਮਾਤਮਾ ਦਾ ਨਾਮ ਦਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹ ਵਸਤੂ ਦੀ ਖੱਟੀ ਖੱਟੋ, ਉਹ ਲਾਹਾ ਕਰੋ, ਉਹ ਇੱਥੇ ਵਣਜ ਵਪਾਰ ਕਰਕੇ ਇਕੱਠਾ ਕਰੋ ਜਿਨੇ ਤੁਹਾਡੀ ਦਰਗਾਹ ਵਿੱਚ ਆਤਮਾ ਦਾ ਸਾਥ ਦੇਣਾ ਹੈ। ਅੱਗੇ ਸ਼ਾਹ ਸਜਾੜ ਹੈ ਲੈਸੀ ਵਸਤ ਸੰਭਾਲ। ਜਿਹੜਾ ਉੱਥੇ ਬੈਠਾ ਨਾ, ਇੱਥੇ ਅਸੀਂ ਕਈ ਵਾਰਾਂ ਝੂਠ ਝਾਠ ਫਰੇਬ ਛਾਲ ਕਪਟ ਠੱਗੀ ਚਲਾ ਲੈਂਦੇ ਹਾਂ। ਇੱਥੋਂ ਤੱਕ ਕਿ ਐਸ ਸੰਸਾਰ, ਕਿਉਂਕਿ ਸੰਸਾਰ ਝੂਠਾ ਹੈ, ਸੰਸਾਰ ਝੂਠ ਹੈ, ਨਿਰੰਕਾਰ ਸੱਚ ਹੈ। ਤੇ ਇਹ ਝੂਠ ਦੇ ਘਰ ਵਿੱਚ ਝੂਠ ਦੀ ਦੁਕਾਨ ਹੈ ਤੇ ਝੂਠ ਦੀ ਦੁਕਾਨ ਤੇ ਝੂਠੀ ਜਾਲੀ ਕਰੰਸੀ ਵੀ ਚੱਲ ਜਾਂਦੀ ਹੈ। ਇੱਥੇ ਨਾ ਕਈ ਵਾਰਾਂ ਜਾਲੀ ਕਰੰਸੀ ਮਨੁੱਖ ਨੂੰ, ਕਿਸੇ ਦੁਕਾਨ ਵਾਲੇ ਨੂੰ, ਕਿਸੇ ਵਪਾਰੀ ਨੂੰ ਦੇ ਦਿੰਦੇ ਲੋਕ। ਪਰ ਉੱਥੇ ਜਿਹੜਾ ਸੁਜਾਨ ਹੈ ਨਾ,
ਦਰਗਾਹ ਵਿੱਚ ਪਰਮਾਤਮਾ ਜਿਹੜਾ ਹੈ, ਪਰਮਾਤਮਾ ਦੇ ਕੋਲ ਜਾਲੀ ਕਰੰਸੀ ਨਹੀਂ ਚੱਲਣੀ, ਉੱਥੇ ਜਾਲੀ ਨੋਟ ਨਹੀਂ। ਜਾਲੀ ਕਰੰਸੀ ਕਿਹੜੀ ਹੈ? ਇਹ ਜਿਹੜਾ ਧਨ ਇਕੱਠਾ ਕੀਤਾ ਇੱਕ ਤਰ੍ਹਾਂ ਨਾਲ ਠੱਗੀਆਂ ਮਾਰ ਮਾਰ ਕੇ ਵੱਡੇ ਵੱਡੇ ਵਿਲੇ ਬਣਾਏ, ਵੱਡੀਆਂ ਗੱਡੀਆਂ ਖੜੀਆਂ, ਇਹ ਸਾਰਾ ਜਾਲੀ ਧਨ ਹੈ। ਅਸਲ ਧਨ ਹੈ ਪਰਮਾਤਮਾ ਦਾ ਨਾਮ, ਤੇ ਉਹ ਧਨ ਜਿਹੜਾ ਅਸਲ ਧਨ ਹੈ ਉਹ ਇਹਦੇ ਕੋਲ ਹੈ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਕਿ ਉਹ ਸ਼ਾਹ ਜਿਹੜਾ ਨਾ, ਉਹ ਸੁਜਾਨ, ਉਹ ਬੜਾ ਸਿਆਣਾ ਹੈ, ਤੇ ਉਹਨੇ ਕੱਢ ਕੇ ਵੱਖਰਾ ਕਰ ਦੇਣਾ ਹੈ। ਜਿਹੜਾ ਜਾਲੀ ਧਨ ਆ, ਉਹ ਜਾਲੀ ਕਰੰਸੀ, ਕਿਉਂਕਿ ਉਹ ਅੱਜ ਕੱਲ੍ਹ ਮਸ਼ੀਨਾਂ ਆ ਗਈਆਂ, ਕਹਿੰਦੇ ਜਾਲੀ ਨੋਟ ਵੱਖਰੇ ਹੋ ਜਾਂਦੇ ਆ, ਅਸਲੀ ਨੋਟ ਵੱਖਰੇ ਹੋ ਜਾਂਦੇ। ਦਰਗਾਹ ਵਿੱਚ ਜਿਹੜੇ ਨਾਮ ਜਪ ਕੇ ਪਰਮਾਤਮਾ ਦੀ ਸਿਫਤ ਸਲਾਹ ਨਾਲ ਆਤਮਾ ਜੁੜ ਕੇ ਕੀਤੀ ਹੋਈ ਇਬਾਦਤ ਦਾ ਧਨ ਸੀ, ਉਹ ਚੱਲਣਾ ਹੈ। ਜਿਹੜੀ ਜਾਲੀ ਕਰੰਸੀ ਜਾਂ ਉੱਥੇ ਕੋਈ ਸਿਫਾਰਿਸ਼ ਨਹੀਂ ਚੱਲਣੀ, ਉਹ ਸੁਜਾਨ ਹੈ, ਉਹਨੇ ਪਛਾਣ ਕੇ ਪਰਖ ਕਰਕੇ ਵੱਖ ਕਰ ਦੇਣੀ ਹੈ। ਭਾਈ ਰੇ ਰਾਮ ਕਹੋ ਚਿਤ ਲਾਏ। ਬੜੀ ਬਾ ਕਮਾਲ ਗੱਲ ਕਰ ਦਿੱਤੀ ਧੰਨ ਗੁਰੂ ਨਾਨਕ ਸਾਹਿਬ ਜੀ। ਕਹਿੰਦੇ ਹੇ ਭਾਈ ਰਾਮ ਕਹੋ। ਰਾਮ ਦਾ ਅਰਥ ਦਸ਼ਰਥ ਦਾ ਪੁੱਤਰ ਨਹੀਂ, ਇੱਥੇ ਰਾਮ ਦਾ ਅਰਥ ਹੈ ਰਮਿਆ ਹੋਇਆ, ਜਿਹੜਾ ਫਲਾਂ ਦੇ ਅੰਦਰ, ਫੁੱਲਾਂ ਦੇ ਅੰਦਰ, ਹਵਾ ਦੇ ਅੰਦਰ, ਹਰ ਜਗ੍ਹਾ 'ਤੇ ਜਿਹੜਾ ਮੌਜੂਦ ਹੈ, ਹਰ ਵਕਤ ਮੌਜੂਦ ਹੈ। ਇਹ ਨਹੀਂ ਕਿ ਦਿਨੇ ਹੈਗਾ ਰਾਤ ਨੂੰ ਨਹੀਂ ਹੈ, ਇੱਦਾਂ ਨਹੀਂ ਹੈ, ਉਹ ਹਰ ਵਕਤ ਮੌਜੂਦ ਹੈ। ਉਹ ਜਿਹੜਾ ਰਮਿਆ ਹੋਇਆ ਹੈ, ਮੈਂ ਕਿਉਂਕਿ ਸੰਖੇਪ ਰੱਖਾਂ, ਉਹ ਜਿਹੜਾ ਪਰਮਾਤਮਾ ਜ਼ਰਰੇ ਜ਼ਰਰੇ ਵਿੱਚ ਰਮਿਆ ਹੋਇਆ ਹੈ, ਉਹਨੂੰ ਜਪੋ। ਜਪਣਾ ਕਿਵੇਂ ਹੈ? ਜਿਹੜੀ ਕਮਾਲ ਦੀ ਗੱਲ ਹੈ, ਕਹਿੰਦੇ ਚਿੱਤ ਲਾਏ। ਅਸੀਂ ਨਾ ਅਰਦਾਸ ਪੜ੍ਹਦੇ ਹਾਂ ਹਰ ਗੁਰਦੁਆਰਾ ਸਾਹਿਬ ਵਿੱਚ, ਰੋਜ਼ ਸਵੇਰੇ ਦੁਪਹਿਰੇ ਸ਼ਾਮੀ ਅਰਦਾਸਾਂ, ਬੜੀਆਂ ਅਰਦਾਸਾਂ ਕਰਦੇ ਹਾਂ। ਹੋਰ ਘਰਾਂ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੀਆਂ ਹੋ ਰਹੀਆਂ ਨੇ, ਤੇ ਅਰਦਾਸ ਵਿੱਚ ਜਦੋਂ ਭਾਈ ਜੀ ਅਰਦਾਸ ਕਰਦੇ ਕਹਿੰਦੇ ਬੋਲੋ ਜੀ ਵਾਹਿਗੁਰੂ। ਅਸੀਂ ਵਾਹਿਗੁਰੂ ਪੜ੍ਹਦੇ ਹਾਂ, ਲੇਕਿਨ ਜਦੋਂ ਇਹ ਜਿਹੜੇ ਪਹਿਲੇ ਬੰਦ ਵਿੱਚ ਗੁਰ ਇਤਿਹਾਸ, ਦੂਜੇ ਤੇ ਤੀਜੇ 'ਚ ਸਿੱਖ ਇਤਿਹਾਸ, ਚੌਥੇ 'ਚ ਤਖਤ ਸਾਹਿਬਾਨ ਤੇ ਗੁਰਦੁਆਰਾ ਸਾਹਿਬਾਨ ਦਾ ਜ਼ਿਕਰ ਹੈ, ਜਿਹੜਾ ਪੰਜਵਾਂ ਬੰਦ ਸ਼ੁਰੂ ਹੁੰਦਾ ਹੈ, ਇੱਥੋਂ ਸਾਡੀਆਂ ਮੰਗਾਂ ਸ਼ੁਰੂ ਹੁੰਦੀਆਂ ਨੇ। ਕਦੀ ਹਿਸਟਰੀ ਦੇ ਮੁਤਾਬਕ ਆਪਣੀ ਸੁਰਤ ਵਿੱਚ ਨਾ ਬਹੁਤੀ ਵਾਰ ਤੇ ਸਾਨੂੰ ਅਰਦਾਸ ਦਾ ਪਤਾ ਉਦੋਂ ਲੱਗਦਾ ਜਦੋਂ ਭਾਈ ਜੀ ਨਾਨਕ ਨਾਮ ਚੜ੍ਹਦੀ ਕਲਾ ਕਰ ਦਿੰਦੇ ਆ, ਵਿੱਚ ਕੀ ਕਿਹਾ ਗਿਆ ਸਾਨੂੰ ਪਤਾ ਹੀ ਨਹੀਂ ਹੁੰਦਾ, ਸੁਰਤ ਕਿਤੇ ਹੋਰ ਹੁੰਦੀ ਹੈ। ਵੈਸੇ ਬਹੁਤ ਸ਼ਾਰਟਲੀ ਸੰਖੇਪ ਰੂਪ ਵਿੱਚ ਸਾਡੇ ਬਜ਼ੁਰਗਾਂ ਨੇ ਸਾਨੂੰ ਅਰਦਾਸ ਦਿੱਤੀ, ਜਿਹਦੇ ਵਿੱਚ ਸਾਰਾ ਇਤਿਹਾਸ ਦੁਹਰਾਇਆ ਜਾਂਦਾ ਹੈ। ਤੇ ਉਹਦੇ ਵਿੱਚ ਜਿਹੜਾ ਬੰਦ ਆਉਂਦਾ ਹੈ, ਜਿੱਥੋਂ ਸਾਡੀਆਂ ਮੰਗਾਂ ਸ਼ੁਰੂ ਹੁੰਦੀਆਂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਅਸੀਂ ਕੀ ਪੜ੍ਹਦੇ ਹਾਂ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 3 ਵਾਰਾਂ ਪੜ੍ਹਦੇ, ਚਿੱਤ ਆਵੇ। ਮੈਂ ਕਈ ਵਾਰ ਕਹਿੰਦਾ ਨਾ ਵੀ 3 ਵਾਰਾਂ ਕਿਉਂ? 1 ਵਾਰਾਂ ਵੀ ਤੇ ਕਿਹਾ ਜਾ ਸਕਦਾ ਸੀ, 1 ਵਾਰਾਂ ਕਹਿੰਦੇ ਵਾਹਿਗੁਰੂ ਚਿੱਤ ਆਵੇ। ਨਹੀਂ 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 ਨਹੀਂ, 3 ਵਾਰਾਂ। ਇਹਦਾ ਵੱਡਾ ਮੀਨਿੰਗ ਹੈ। ਸਾਡੇ ਬਜ਼ੁਰਗਾਂ ਨੇ ਇਹ ਲਫ਼ਜ਼ ਪਾਉਣ ਲਈ ਬਹੁਤ ਬਰੀਕੀ ਨਾਲ, ਵੈਸੇ ਇਹ ਲਫ਼ਜ਼ ਭਾਈ ਜੀ ਨੇ ਪੜ੍ਹਨਾ ਤੇ ਸੰਗਤ ਨੇ ਨਾਲ ਨਹੀਂ ਪੜ੍ਹਨਾ, ਬਹੁਤਾਤ ਸੰਗਤ ਪੜ੍ਹੀ ਜਾਂਦੀ ਹੁੰਦੀ। ਮੈਂ ਕਈ ਵਾਰ ਦੇਖਦਾ, ਕਿਉਂਕਿ ਇਹਦੇ ਵਿੱਚ ਬੜੀ ਵੱਡੀ ਫਿਲਾਸਫੀ ਹੈ, ਬੜਾ ਵੱਡਾ ਸਿਧਾਂਤ ਹੈ। ਜਦੋਂ ਪਹਿਲੀ ਵਾਰ ਭਾਈ ਜੀ ਕਹਿੰਦੇ ਨਾ ਵਾਹਿਗੁਰੂ, ਤੇ ਉਸ ਵਕਤ ਅਸੀਂ ਕੀ ਕਰਨਾ ਹੈ? ਮਨ ਕਰਕੇ ਸਾਡੇ ਮਨ ਵਿੱਚ ਵਾਹਿਗੁਰੂ ਵਸ ਜਾਵੇ। ਅਸੀਂ ਚਿੱਤ ਆਵੇ ਹੋਣਾ ਅਗਲੇ ਪਾਸੇ। ਸਤਿਗੁਰੂ ਜੀ ਦੀ ਬਾਣੀ 'ਚੋਂ ਇਹ ਜ਼ਿਕਰ ਸਾਡੇ ਬਜ਼ੁਰਗਾਂ ਨੇ ਕੀਤਾ ਹੋਇਆ ਹੈ, ਜਿਹੜਾ ਰਾਮ ਕਹੋ ਚਿੱਤ ਲਾਏ। ਸਤਿਗੁਰੂ ਜੀ ਨੇ ਚਿੱਤ ਲਾ ਕੇ ਰਾਮ ਨੂੰ, ਪਰਮਾਤਮਾ ਨੂੰ ਜਪਣ ਦੀ ਗੱਲ ਕੀਤੀ, ਤੇ ਮਨ ਕਰਕੇ ਮਨ ਵਿੱਚ ਪਰਮਾਤਮਾ ਤੂੰ ਵਸ ਜਾਵੇਂ। ਜਦੋਂ ਦੂਜੀ ਵਾਰ ਕਹਿੰਦੇ ਭਾਈ ਜੀ ਵਾਹਿਗੁਰੂ, ਫਿਰ ਸਾਡੇ ਸ਼ਬਦਾਂ ਵਿੱਚ ਪਰਮਾਤਮਾ ਦੀ ਯਾਦ ਵਸੀ ਹੋਵੇ, ਮਨ ਵਿੱਚ ਪਰਮਾਤਮਾ ਦੀ ਯਾਦ ਵਸੀ ਹੋਵੇ, ਸਾਡੀਆਂ ਗੱਲਾਂ ਬਾਤਾਂ ਵਿੱਚ, ਸਾਡੇ ਵਿਵਹਾਰਕ ਸ਼ਬਦਾਂ ਵਿੱਚ ਪਰਮਾਤਮਾ ਦੀ ਯਾਦ ਵਸੀ ਹੋਵੇ। ਤੇ ਜਦੋਂ ਤੀਜੀ ਵਾਰ ਆਉਂਦਾ ਹੈ, ਉਦੋਂ ਜਿਹੜੇ ਅਸੀਂ ਕਰਮ ਕਰਦੇ ਹਾਂ, ਕਰਮ ਕਿਹੜੇ? ਚਾਹੇ ਕੋਈ ਤੱਕੜੀ ਨਾਲ ਤੋਲ ਰਿਹਾ ਹੋਵੇ, ਇੱਕ ਪਾਸੇ ਤੱਕੜੀ ਨਾਲ ਤੋਲ ਰਿਹਾ ਹੋਵੇ ਤੇ ਇੱਕ ਪਾਸੇ ਵਾਹਿਗੁਰੂ ਵਾਹਿਗੁਰੂ ਕਰਦਾ ਹੋਵੇ, ਤੇ ਜੇ ਤੋਲ ਤਾਂ ਘਟ ਰਿਹਾ ਹੋਵੇ, ਫਿਰ ਨਾ ਪ੍ਰਵਾਨ ਉਹ ਵਾਹਿਗੁਰੂ ਨਹੀਂ ਜੇ ਪ੍ਰਵਾਨ ਹੋਣਾ। ਇਹ ਯਾਦ ਰੱਖਿਓ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜੇ। ਕਿ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਇਹ ਜਿਹੜਾ ਹੈ ਸੰਸਾਰ ਦੀ ਸਿਰਜਣਾ ਕੀਤੀ ਹੈ, ਇਹ ਧਰਮਰਾਜ ਨੇ ਜਿਹੜੀ ਬਣਾਈ ਹੈ ਨਾ, ਇਹ ਉੱਥੇ ਸੱਚੇ ਹੀ ਸੱਚ ਨਿਬੜੇ। ਚੁਣ ਵੱਖ ਕੱਢੇ ਜਮਾਲੇ ਆ, ਨਾਉ ਨਾ ਥਾਉ ਨਾ ਪਾਏ ਨਾ ਕੂੜਿਆਰ। ਇਹ ਜਿਹੜਾ ਹੈ ਇੱਥੇ ਜਿਹੜਾ ਨਾ ਮੂੰਹ ਕਾਲੇ ਹੋਣੇ ਆ, ਦੋਜਕ ਚੱਲਿਆ, ਦੋਜਕ ਨਰਕਾਂ ਵਿੱਚ ਜਾਣਾ ਪੈਣਾ। ਹਾਲਾਤ ਇਹ ਆ ਭਾਈ ਸਾਹਿਬ ਜੀ ਨੇ ਆਪਾਂ ਨੂੰ ਸਰਵਣ ਕਰਾਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਜ਼ਿਕਰ ਕਰਕੇ ਸਮਝਾ ਦਿੱਤਾ ਹੈ ਕਿ ਇਹ ਉੱਥੇ ਸੱਚ ਦਾ ਨਵੇੜਾ ਹੋਣਾ, ਝੂਠ ਦਾ ਨਵੇੜਾ ਨਹੀਂ ਹੋਣਾ। ਮਨੁੱਖ ਨੇ ਕੂੜਾ ਧਨ ਇਕੱਠਾ ਕੀਤਾ, ਸਤਿਗੁਰੂ ਜੀ ਸਮਝਾਉਣ ਦਾ ਯਤਨ ਕਰਕੇ ਇਹ ਸਾਨੂੰ ਕਹਿੰਦੇ ਕਿ ਭਾਈ
ਚਿੱਤ ਲਾ ਕੇ ਨਾਮ ਜਪਣਾ ਹੈ, ਚਿੱਤ ਕਰਕੇ। ਤੇ ਅਸੀਂ ਉਹਨੂੰ ਨਾਲ ਜਪੀ ਜਾਂਦੇ। ਇਹ ਨਹੀਂ ਕਿ ਉਹਨੂੰ ਚਿੱਤ ਵਿੱਚ ਵਸਾਉਣ ਦੀ, ਵਾਹਿਗੁਰੂ ਜੀ ਸਾਡੇ ਚਿੱਤ ਵਿੱਚ, ਸਾਡੇ ਮਨ ਬਚ ਤੇ ਕਰਮ ਕਰਕੇ ਪ੍ਰਮਾਤਮਾ ਤਿੰਨ ਹਾਲਾਤਾਂ ਵਿੱਚ ਸਾਡੀ ਯਾਦ ਵਿੱਚ ਵਸ ਜਾਵੇ। ਉਸ ਵਕਤ ਇਹ ਅਰਦਾਸ ਬੇਨਤੀ ਸਿੱਖ ਨੇ ਕਰਨੀ ਹੈ, ਭਾਈ ਸਾਹਿਬ ਨੇ ਕਰਨੀ ਹੈ, ਤੇ ਅੰਦਰ ਇਹ ਲੈ ਕੇ ਆਉਣੀ ਹੈ। ਇੱਕ ਗੱਲ ਹੋਰ ਕਿ ਚਿੱਤ ਲਾਏ, ਜੇ ਅਸੀਂ ਚਿੱਤ ਲਾ ਕੇ ਪ੍ਰਮਾਤਮਾ ਦਾ ਨਾਮ ਜਪਾਂਗੇ ਤੇ ਫਿਰ ਕੰਮ ਕਿਹੜੇ ਵੇਲੇ ਕਰਾਂਗੇ ਪ੍ਰਮਾਤਮਾ ਦਾ? ਇਹ ਗੱਲ ਬੜੀ ਅਹਿਮ ਹੈ। ਕਈ ਵਾਰ ਅਸੀਂ ਭੁਲੇਖਾ ਖਾਂਦੇ ਵੀ ਹੁਣ ਅਸੀਂ ਜੇ ਨਾਮ ਜਪੀਏ ਕਿ ਕੰਮ ਕਰੀਏ, ਕਿਹੜਾ ਕੰਮ ਕਰੀਏ। ਇਹ ਗੱਲ ਸਾਨੂੰ ਗੁਰਬਾਣੀ ਵਿੱਚੋਂ ਇਹਦੀ ਵੀ ਇੱਕ ਸਿੱਖਿਆ ਬੜੀ ਪਿਆਰੀ ਮਿਲਦੀ ਹੈ, ਜਿਹੜੀ ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਦੀ ਆਪਸੀ ਇੱਕ ਵਿਚਾਰ ਹੋਈ। ਭਗਤ ਤਰਲੋਚਨ ਜੀ ਤੇ ਭਗਤ ਨਾਮਦੇਵ ਜੀ ਦੋਨੋਂ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਨੂੰ ਮਿਲਣ ਗਏ, ਤੇ ਜਦੋਂ ਮਿਲਣ ਵਾਸਤੇ ਪਹਿਲੀ ਵਾਰ ਜਾਂਦਾ ਹੈ, ਮਨੁੱਖ ਮਨ ਵਿੱਚ ਕਈ ਤਰ੍ਹਾਂ ਦਾ ਸੋਚ ਕੇ ਜਾਂਦਾ, ਉਹ ਇਸ ਤਰ੍ਹਾਂ ਦਾ ਹੋਏਗਾ, ਇਸ ਤਰ੍ਹਾਂ ਦਾ ਹੋਏਗਾ। ਮਨ ਵਿੱਚ ਇੱਕ ਖਿਆਲ ਬਣਾਇਆ ਕਿ ਉਹਨਾਂ ਦੇ ਹੱਥ ਵਿੱਚ ਇੱਕ ਮਾਲਾ ਹੋਏਗੀ, ਇੱਕ ਗਲ 'ਚ ਹੋਏਗੀ, ਵੱਖਰੇ ਤਰ੍ਹਾਂ ਦੇ ਉਹਨਾਂ ਨੇ ਵਸਤਰ ਪਾਏ ਹੋਣਗੇ, ਚੌਕੜੀ ਮਾਰ ਕੇ ਉਹ ਨਾਮ ਵਿੱਚ ਲੱਗੇ ਹੋਣਗੇ। ਘਰ ਜਾ ਕੇ ਆਵਾਜ਼ ਦਿੱਤੀ, ਕਹਿੰਦੇ ਜੀ ਭਗਤ ਨਾਮਦੇਵ ਜੀ ਨੂੰ ਮਿਲਣ ਵਾਸਤੇ ਆਏ ਹਾਂ। ਉਹ ਕਹਿੰਦੇ ਜੀ ਉਹ ਘਰ ਨਹੀਂ ਹੈ। ਮਨ 'ਚ ਦੂਜਾ ਖਿਆਲ ਆ ਗਿਆ ਸਕਿੰਟ 'ਚ ਹੀ ਕਿ ਉਹ ਕਿਸੇ ਪਹਾੜ 'ਤੇ, ਕੰਦਰਾਂ 'ਤੇ, ਇਕਾਂਤ ਜਗ੍ਹਾ 'ਤੇ ਗਏ ਹੋਣਗੇ। ਕਹਿੰਦੇ ਜੀ ਕਾਹਲੀ ਵਿੱਚ, ਕਹਿੰਦੇ ਕਿੱਥੇ ਮਿਲਣਗੇ? ਕਹਿੰਦੇ ਧੋਬੀ ਘਾਟ 'ਤੇ ਕੱਪੜੇ ਧੋਂਦੇ ਮਿਲਣਗੇ। ਹੱਦ ਹੋ ਗਈ। ਕਹਿੰਦੇ ਅੱਜ ਜਾ ਕੇ ਪੁੱਛਾਂਗਾ। ਵਾਹੋ ਦਾਹੀ ਤੁਰੇ ਧੋਬੀ ਘਾਟ 'ਤੇ ਪਹੁੰਚੇ, ਤੇ ਜਾ ਕੇ ਭਗਤ ਤਰਲੋਚਨ ਜੀ ਕਹਿਣ ਲੱਗੇ, ਜਿਹੜਾ ਸਵਾਲ ਭਗਤ ਤਰਲੋਚਨ ਜੀ ਨੇ ਕੀਤਾ ਉਹ ਭਗਤ ਕਬੀਰ ਜੀ ਨੇ ਉਹਨੂੰ ਅੰਕਿਤ ਕੀਤਾ ਹੈ। ਕਹਿਣ ਲੱਗੇ, ਨਾਮਾ ਮਾਇਆ ਮੋਹਿਆ ਕਹੈ ਤਰਲੋਚਨ ਮੀਤ। ਐ ਤਰਲੋਚਨ ਤੇਰਾ ਮਿੱਤਰ ਗੱਲ ਕਹਿੰਦਾ ਕਿ ਤੂੰ ਮਾਇਆ ਵਿੱਚ ਗਰਸਿਆ ਗਿਆ ਹੈ। ਕਹਿੰਦੇ ਨਾਮਾ ਮਾਇਆ ਮੋਹਿਆ ਕਹੈ ਤਰਲੋਚਨ ਮੀਤ, ਕਾਹੇ ਛਿਪੋ ਛਾਇਲੋ ਰਾਮ ਨ ਲਾਵੋ ਚਿਤ। ਤੂੰ ਤੇ ਪ੍ਰਮਾਤਮਾ 'ਚ ਚਿੱਤ ਨਹੀਂ ਜੋੜਦਾ। ਤੇ ਜਿਹੜਾ ਉੱਤਰ ਦਿੱਤਾ ਉਹ ਵੀ ਭਗਤ ਜੀ ਨੇ ਅੰਕਿਤ ਕੀਤਾ ਹੈ ਨਾ। ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੁਣ ਇੱਥੇ ਗੱਲ ਚਿੱਤ ਲਾਏ, ਚਿੱਤ ਲਾਏ ਦੀ ਗੱਲ ਚੱਲ ਰਹੀ ਹੈ ਨਾ। ਸਤਿਗੁਰੂ ਜੀ ਕਹਿੰਦੇ ਕਿ ਚਿੱਤ ਜਿਹੜਾ ਹੈ, ਹੱਥ ਜਿਹੜਾ ਹੈ ਕਾਰ ਵੱਲ, ਤੇ ਚਿੱਤ ਜਿਹੜਾ ਹੈ ਨਿਰੰਕਾਰ ਵੱਲ ਕਰਨਾ ਹੈ। ਅਸੀਂ ਚਿੱਤ ਸੰਸਾਰ ਵੱਲ ਕੀਤਾ ਹੋਇਆ, ਜਿਸ ਕਰਕੇ ਅਸੀਂ ਦੁਖੀ ਹੁੰਦੇ ਹਾਂ, ਭਟਕਦੇ ਹਾਂ। ਸਾਡੀ ਹਾਲਤ ਕਿਉਂ ਹੁੰਦੀ ਹੈ? ਕਿਉਂਕਿ ਅਸੀਂ ਚਿੱਤ ਸੰਸਾਰ ਵੱਲ, ਨਿਰੰਕਾਰ ਵੱਲ ਨਹੀਂ, ਸੰਸਾਰ ਵੱਲ ਕਰ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਮਝਾਉਣ ਦਾ, ਇਹ ਤੇ ਸ਼ਬਦ ਜਿਹੜਾ ਹੈ ਭਗਤ ਕਬੀਰ ਜੀ ਦਾ ਹੈ, ਕੋਈ ਕਹਿ ਸਕਦਾ ਹੈ, ਲੇਕਿਨ ਇੱਕ ਰਾਗ ਰਾਮਕਲੀ ਦੇ ਅੰਦਰ ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਉਹ ਸ਼ਬਦ ਨੂੰ ਪੜ੍ਹਨ ਤੋਂ ਬਾਅਦ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਭਗਤ ਨਾਮਦੇਵ ਜੀ ਦੇ ਸਾਹਮਣੇ ਬੈਠ ਕੇ ਭਗਤ ਤਰਲੋਚਨ ਜੀ ਦੀ ਵਿਚਾਰ ਚਰਚਾ ਜਿਵੇਂ ਹੋਈ ਹੋਵੇ। ਉਹ ਸ਼ਬਦ ਹੈ ਮਰਾਠੀ ਭਾਸ਼ਾ ਵਿੱਚ ਹੈ, ਆਨੀਲੇ ਗੁੱਡੀ ਕਾਟੀ, ਆਨੀਲੇ ਕਾਗਜ਼ ਕਾਟੀਲੇ ਗੁੱਡੀ ਆਕਾਸ਼ ਮਧੇ ਪਰਮੀਲੇ। ਕਹਿੰਦੇ ਜਿਵੇਂ ਬੱਚਾ ਕਾਗਜ਼ ਲੈ ਕੇ ਆਉਂਦਾ ਹੈ, ਕੱਟ ਕੇ ਉਹਦੀ ਪਤੰਗ ਬਣਾ ਲੈਂਦਾ ਹੈ ਤੇ ਉਹਨੂੰ ਆਕਾਸ਼ ਵਿੱਚ ਉਡਾ ਦਿੰਦਾ ਹੈ। ਤੇ ਫਿਰ ਕੀ ਕਰਦਾ ਹੈ? ਪੰਚ ਜਨਾਸਿਓ ਬਾਤ ਬਤਊਆ ਚੀਤ, ਚਿੱਤ, ਚੀਤ ਦਾ ਮਤਲਬ ਹੈ ਇੱਥੇ ਚਿੱਤ। ਚੀਤ ਸੋ ਡੋਰੀ ਰਾਖੀ ਲੈ। ਕਹਿੰਦੇ ਜਿਵੇਂ ਉਹ ਪਤੰਗ ਉਡਾਉਂਦਾ ਹੋਇਆ ਵੀ ਆਪਣਾ ਚਿੱਤ ਜਿਹੜਾ ਹੈ ਉਹ ਪਰਮਾਤਮਾ ਨਾਲ ਜੋੜ ਕੇ ਰੱਖਦਾ ਹੈ। ਐ ਜੀਵ, ਇਹ ਤੂੰ ਆਪਣਾ ਚਿੱਤ ਪਰਮਾਤਮਾ ਨਾਲ ਜੋੜ ਕੇ ਰੱਖਣਾ ਹੈ। ਕੰਮ ਹੱਥਾਂ ਨਾਲ ਕਰਨਾ ਹੈ, ਆਤਮਾ ਪਰਮਾਤਮਾ ਨਾਲ ਜੋੜ ਕੇ ਰੱਖਣੀ ਹੈ। ਕਿਰਤ ਨਹੀਂ ਛੱਡਣੀ। ਪਰ ਗੱਲ ਯਾਦ ਰੱਖਿਓ, ਕਿਰਤ ਵਿੱਚ ਵੀ ਛਾਲ ਕਪਟ ਤੇ ਠੱਗੀ ਛੇਰਾ ਫੇਰੀ ਨਹੀਂ ਹੋਣੀ ਚਾਹੀਦੀ। ਮਨ, ਐ ਮੇਰੇ ਮਨ ਹੈ ਮਨ, ਰਾਮ ਨਾਮ ਬੇਧੀ ਲੈ। ਮਨ ਨੂੰ ਪਰਮਾਤਮਾ ਦੇ ਨਾਮ ਨਾਲ ਵਿੰਨ ਲੈ, ਪਰੋਚ ਲੈ, ਜੋੜ ਲੈ। ਜੈਸੇ ਕਨਕ ਕਲਾ ਚਿੱਤ ਮਾਂਡੀ ਲੈ। ਜਿਵੇਂ ਸੁਨਿਆਰੇ ਨੇ ਜਦੋਂ ਪਿਘਲਿਆ ਹੋਇਆ ਸੋਨਾ ਕਠਾਲੀ 'ਚ ਪਾਇਆ ਹੋਵੇ ਨਾ, ਤੇ ਉਹ ਜਿਹੜੇ ਗ੍ਰਾਹਕ ਆ ਜਾਂਦੇ ਕੋਲ ਬੈਠੇ, ਗ੍ਰਾਹਕਾਂ ਨਾਲ ਗੱਲਾਂ ਤਾਂ ਕਰੀ ਜਾਂਦਾ ਹੈ, ਪਰ ਉਹਦਾ ਸਭ ਤੋਂ ਵੱਧ ਜਿਹੜਾ ਧਿਆਨ ਹੈ ਉਹ ਸੋਨੇ ਵਿੱਚ ਹੁੰਦਾ ਹੈ ਕਿ ਇਹ ਕੀਮਤੀ ਕਿਤੇ ਡੁੱਲ ਨਾ ਜਾਏ। ਗੱਲਾਂ ਕਰੀ ਜਾਂਦਾ ਹੈ, ਪਰ ਉਹਦਾ ਜਿਹੜਾ ਕੇਂਦਰਿਤ ਹੁੰਦਾ ਹੈ, ਚਿੱਤ ਜਿਹੜਾ ਲੱਗਾ ਹੁੰਦਾ ਹੈ, ਉਹ ਕਠਾਲੀ ਵਿੱਚ ਪਏ ਹੋਏ ਸੋਨੇ ਵਿੱਚ ਹੁੰਦਾ ਹੈ। ਤੀਜੀ ਉਦਾਹਰਨ ਵੀ ਭਗਤ ਨਾਮਦੇਵ ਜੀ ਦੀ ਬੜੀ ਪਿਆਰੀ ਹੈ। ਕਹਿੰਦੇ ਕਿ ਜਿਵੇਂ ਕੁਆਰੀਆਂ ਕੁੜੀਆਂ, ਅੱਜ ਕੱਲ੍ਹ ਤਾਂ ਅਸੀਂ ਘਰਾਂ 'ਚ ਮੋਟਰਾਂ ਲੱਗੀਆਂ, ਟੂਟੀ ਛੱਡਦੇ ਪਾਣੀ ਮਿਲ ਜਾਂਦਾ, ਪਰ ਪੁਰਾਤਨ ਸਮੇਂ 'ਚ ਬੜੀ ਦੂਰੋਂ ਖੂਹਾਂ ਤੋਂ, ਨਲਕਿਆਂ ਤੋਂ ਪਾਣੀ ਲੈ ਕੇ ਆਉਂਦੇ ਸੀ, ਜਾਂ ਬੜੀ ਕਿਸੇ ਸਮੁੰਦਰਾਂ ਤੋਂ, ਨਦੀਆਂ ਤੋਂ ਪਾਣੀ ਲੈ ਕੇ ਆਉਂਦੇ ਸੀ, ਜਿਹੜਾ ਆਪਣੇ ਘਰਾਂ ਵਿੱਚ ਵਰਤਿਆ ਜਾਂਦਾ ਸੀ।
ਕਹਿੰਦੇ ਇਸ ਤਰ੍ਹਾਂ ਜੇ ਕੋਈ ਕੁਆਰੀਆਂ ਕੁੜੀਆਂ ਘੜੇ ਲੈ ਕੇ ਆਉਣ ਤੇ ਬੜਾ, ਅੱਜ ਵੀ ਮਹਾਰਾਸ਼ਟਰ ਵਿੱਚ ਜਾਈਏ ਨਾ, ਵੈਸੇ ਇਹ ਗੱਲ ਉੱਥੋਂ ਅੱਜ ਵੀ ਕਈ ਪਿੰਡਾਂ ਵਿੱਚ ਇੱਕ ਪਿੰਡ ਵਿੱਚ ਇੱਕ ਖੂਹ ਹੈ ਜਾਂ ਇੱਕ ਨਲਕਾ ਹੈ, ਸਾਰਾ ਪਿੰਡ ਉੱਥੋਂ ਪਾਣੀ ਭਰਦਾ ਹੈ। ਦਾਸ ਨੂੰ ਜਾਣ ਦਾ ਮੌਕਾ ਮਿਲਿਆ, ਪਿੰਡਾਂ ਵਿੱਚ ਜਾ ਕੇ ਦੇਖਣਾ, ਸ਼ਹਿਰਾਂ 'ਚ ਨਹੀਂ। ਤੇ ਉੱਥੋਂ ਸਾਰਾ ਪਿੰਡ ਨੇ ਇੱਕੇ ਨਲਕੇ ਤੋਂ ਪਾਣੀ ਭਰਨਾ ਹੋਵੇ ਤੇ ਉਸ ਪਾਣੀ ਦੀ ਵੈਲਿਊ ਕੀ ਹੈ ਉਹਨਾਂ ਨੂੰ ਪਤਾ, ਸਾਨੂੰ ਕੀ ਪਤਾ ਹੈ। ਭਾਵੇਂ ਅਸੀਂ ਪਾਣੀ ਦੀ ਵੈਲਿਊ ਭੁੱਲਦੇ ਜਾ ਰਹੇ ਹਾਂ, ਉਸ ਪਾਣੀ ਦੀ ਵੈਲਿਊ ਉਹਨੂੰ ਪਤਾ ਜਿਹਨੇ ਬੜੀ ਮੁਸ਼ਕਲ ਨਾਲ, ਮੈਂ ਦੇਖਿਆ ਰਾਤ ਨੂੰ 2-2 ਵਜੇ ਲਾਈਨ 'ਚ ਲੱਗਦੇ, ਜਿਨ੍ਹਾਂ ਨੇ ਸਵੇਰੇ ਘੜਾ ਭਰਨਾ ਹੁੰਦਾ ਕਿ ਸਭ ਤੋਂ ਪਹਿਲਾਂ ਘੜਾ ਮੇਰਾ ਭਰਿਆ ਜਾਵੇ। ਵਾਰੀ ਆਉਂਦਿਆਂ ਲਾਈਨ ਲੱਗ ਜਾਂਦੀ ਹੈ ਬੜੀ ਦੂਰ ਦੂਰ ਤੱਕ, ਇੱਕੋ ਨਲਕਾ, ਸਾਰਿਆਂ ਨੇ ਇੱਕੇ ਨਲਕੇ ਤੋਂ ਪਾਣੀ ਭਰਨਾ ਹੈ। ਸੋ ਉਹ ਜਿਵੇਂ ਕੁਆਰੀਆਂ ਕੁੜੀਆਂ ਆਉਂਦੀਆਂ ਘੜੇ ਭਰ ਕੇ ਪਾਣੀ ਦੇ ਲੈ ਕੇ ਤੁਰਦੀਆਂ ਨੇ, ਤੇ ਜਦੋਂ ਉਹ ਪਾਣੀ ਦੇ ਘੜੇ ਲੈ ਕੇ ਤੁਰਦੀਆਂ ਰਸਤੇ 'ਚ ਗੱਲਾਂ ਬਾਤਾਂ ਤੇ ਕਰਦੀਆਂ, ਪਰ ਪਾਣੀ ਦੀ ਛਿੱਟ ਨਹੀਂ ਡੁੱਲਣ ਦਿੰਦੀਆਂ। ਉਹਨਾਂ ਨੂੰ ਪਤਾ ਕੀਮਤੀ ਚਿੱਤ ਪਾਣੀ ਵਿੱਚ ਜੋੜ ਕੇ ਰੱਖਦੇ ਆ। ਤੇ ਚੌਥੀ ਉਦਾਹਰਨ ਜਿਹੜੀ ਹੈ ਉਹ ਬੜੀ ਪਿਆਰੀ ਦਿੱਤੀ ਹੈ। ਚੌਥੀ ਉਦਾਹਰਨ ਵਿੱਚ ਵੀ ਜ਼ਿਕਰ ਕਰਕੇ ਸਮਝਾਉਂਦੇ ਆ ਕਿ ਜਿਵੇਂ ਕੋਈ ਗਾਵਾਂ ਕਿਸੇ ਹਵੇਲੀ ਦੇ ਵਿੱਚ ਬੱਝੀਆਂ ਹੋਣ, ਉਹਦੇ 10 ਦਰਵਾਜ਼ੇ ਹੋਣ, ਉੱਥੋਂ ਕੋਈ ਛੱਡ ਕੇ ਗਾਵਾਂ ਨੂੰ ਚਾਰਨ ਵਾਸਤੇ ਲੈ ਜਾਵੇ 5 ਕੋਹ 'ਤੇ 5 ਕੋਹ 'ਤੇ ਚਰਦੀਆਂ ਹੋਈਆਂ ਗਾਵਾਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਇੱਕ ਗਾਂ ਉਹ ਹੋਵੇ ਜਿਹੜੀ ਸੱਜਰ ਸੂਈ ਹੋਵੇ, ਤੇ ਜਿਹਦਾ ਵੱਛਾ ਘਰ ਵਿੱਚ ਹੋਵੇ। ਕਹਿੰਦੇ ਉਹ 5 ਕੋਹ 'ਤੇ ਚਰਦੀ ਗਾਂ ਦੇ ਵੱਛੇ, ਉਹਦਾ ਚਿੱਤ ਜਿਹੜਾ ਘਰ ਬੱਝੇ ਵੱਛੇ ਵਿੱਚ ਰਹਿੰਦਾ, ਜਿਹੜੀ ਸੱਜਰ ਸੂਈ ਉਹ ਆਪਣੇ ਬੱਚੇ ਵਿੱਚ ਚਿੱਤ ਜੋੜ ਕੇ ਰੱਖਦੀ। ਤੇ ਅਖੀਰਲੀ ਉਦਾਹਰਨ ਵਿੱਚ ਜਿਹੜੀ ਭਗਤ ਜੀ ਕਹਿੰਦੇ ਆ, ਕਹਿੰਦੇ ਜਿਵੇਂ ਕੋਈ ਮਾਂ ਆਪਣੇ ਬੱਚੇ ਨੂੰ ਪੰਘੂੜੇ ਵਿੱਚ ਪਾ ਦੇਵੇ, ਤੇ ਪੰਘੂੜੇ ਵਿੱਚ ਪਿਆ ਹੋਇਆ ਬੱਚਾ ਜਦੋਂ ਮਾਂ ਕੀ ਕਰਦੀ ਕਿ ਹੁਣ ਬੱਚਾ ਪੰਘੂੜੇ 'ਚ ਪਿਆ ਹੈ, ਇਹ ਆਰਾਮ ਕਰ ਰਿਹਾ ਹੈ, ਤੇ ਮੈਂ ਹੁਣ ਫਟਾਫਟ ਕੰਮ ਕਰ ਲਾਂ, ਉਹ ਅੰਦਰ ਬਾਹਰ ਦੌੜ ਕੇ ਕੰਮ ਕਰਦੀ, ਪਰ ਲੰਘਦੀ ਪੰਘੂੜੇ ਨੂੰ ਵੀ ਹੱਥ ਮਾਰ ਜਾਂਦੀ ਹੈ ਕਿ ਕਿਤੇ ਇਹ ਨਾ ਹੋਵੇ ਕਿ ਬੱਚਾ ਉੱਠ ਨਾ ਪਵੇ। ਚਿੱਤ ਜਿਹੜਾ ਹੈ ਉਹਦਾ ਬੱਚੇ ਵਿੱਚ ਲੱਗਾ ਰਹਿੰਦਾ ਕੰਮਕਾਰ ਕਰਦੇ ਹੋਇਆਂ ਵੀ। ਸੋ ਇਹ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਆਖਰੀ ਉਦਾਹਰਨ ਜਿਹੜੀ ਦਿੱਤੀ ਹੈ, ਕਹੈ ਨਾਮ ਦਿਓ ਸੁਣੋ ਤੇ ਲੋਚਨ, ਬਾਲਕ ਪਾਲਨ ਪੌੜੀ ਵਾਲੇ, ਅੰਤਰ ਬਾਹਰ ਕਾਜ ਵਿਰੋਧੀ ਚੀਜ਼ ਸੋ ਬਾਰਕ ਰਾਖੀ ਲੈ। ਇਹ ਚਿੱਤ ਜੋੜ ਕੇ, ਭਾਵ ਇਹ ਹੈ ਕਿ ਚਿੱਤ ਜਿਹੜਾ ਜੋੜ ਕੇ ਰੱਖਣਾ ਹੈ ਪਰਮਾਤਮਾ ਨਾਲ, ਕਾਰ ਵਿਹਾਰ ਕਰਦਿਆਂ ਵੀ ਅਸੀਂ ਪਰਮਾਤਮਾ ਦੀ ਵਿੱਚ ਸੁਰਤ ਜੋੜ ਸਕਦੇ ਹਾਂ। ਇਹ ਲੋਕ ਭੁਲੇਖਾ ਖਾ ਰਹੇ ਗਏ ਸਨ, ਧਾਰਮਿਕ ਅਲੋਕ ਵੀ ਭੁਲੇਖਾ ਖਾ ਗਏ। ਕਹਿੰਦੇ ਕਿ ਕਈ ਆਪਣਾ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਜਾਂ ਵੱਖਰੇ ਥਾਵਾਂ 'ਤੇ ਚਲੇ ਗਏ ਕਿ ਇੱਥੇ ਰਹਿ ਕੇ ਨਾਮ ਨਹੀਂ ਜਪਿਆ ਜਾਂਦਾ, ਲੇਕਿਨ ਸਤਿਗੁਰੂ ਜੀ ਨੇ ਕਿਹਾ ਕਿ ਚਿੱਤ ਕਰਕੇ ਜਪਣਾ ਹੈ, ਮਨ ਕਰਕੇ ਹਾਜ਼ਰ ਹੋਣਾ ਹੈ। ਅਸੀਂ ਸਰੀਰ ਕਰਕੇ, ਤਨ ਕਰਕੇ ਤੇ ਹਾਜ਼ਰ ਹੋ ਜਾਂਦੇ ਹਾਂ, ਪਰ ਚਿੱਤ ਕਰਕੇ ਅਸੀਂ ਗੈਰ ਹਾਜ਼ਰ ਹੁੰਦੇ ਹਾਂ। ਇੱਕ ਘਟਨਾ ਇਤਿਹਾਸ ਵਿੱਚ ਹੋਰ ਆਉਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਕੱਲ੍ਹ ਨੂੰ ਕੋਈ ਸਿੱਖ ਦੀਵਾਨ 'ਚ ਪਹੁੰਚਣ ਤੋਂ ਵਾਂਝਾ ਨਾ ਰਵੇ, ਸਾਰੇ ਹਾਜ਼ਰ ਹੋਣ। ਕਹਿੰਦੇ ਸਵੇਰ ਚੜ੍ਹਿਆ, ਤੜਕਸਾਰ ਜਿਸ ਵਕਤ ਪਹੁੰਚਣਾ ਸੀ ਮੀਂਹ ਅੰਧੇਰੀ ਆ ਗਈ। ਅੱਧੇ ਕ ਪਹੁੰਚੇ ਤੇ ਅੱਧੇ ਕ ਨਾ ਪਹੁੰਚੇ, ਤੇ ਜਿਹੜੇ ਅੱਧੇ ਕ ਪਹੁੰਚੇ ਉਹਨਾਂ ਨੇ ਤੇ ਮਨ 'ਚ ਇਹ ਕਿਹਾ ਅਸੀਂ ਤੇ ਆ ਗਏ, ਗੁਰੂ ਦਾ ਹੁਕਮ ਮੰਨ ਕੇ ਅਸੀਂ ਤੇ ਹਾਜ਼ਰ ਹੋ ਗਏ। ਤੇ ਜਿਹੜੇ ਨਾ ਪਹੁੰਚੇ ਉਹ ਇਹ ਸੋਚੀ ਜਾਂਦੇ ਹੈ ਕਿ ਅਸੀਂ ਜਾ ਨਹੀਂ ਸਕੇ। ਉਹਨਾਂ ਦਾ ਚਿੱਤ ਗੁਰੂ ਵਿੱਚ ਹੈ ਤੇ ਪਹੁੰਚੇ ਹੋਇਆਂ ਦਾ ਸਰੀਰ ਗੁਰੂ ਕੋਲ ਹੈ। ਜਿਹੜੇ ਨਹੀਂ ਪਹੁੰਚੇ ਉਹਨਾਂ ਦਾ ਚਿੱਤ ਗੁਰੂ ਕੋਲ ਹੈ। ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਹਿਣ ਲੱਗੇ ਕਿ ਹਾਜ਼ਰ ਗੈਰ ਹਾਜ਼ਰ, ਤੇ ਗੈਰ ਹਾਜ਼ਰ ਕਿਤੇ ਇਸ ਤਰ੍ਹਾਂ ਨਾ ਹੋਵੇ ਸਿੱਖੋ, ਗੁਰੂ ਕੋਲ ਬੈਠਿਆਂ ਹੋਇਆਂ ਨਾ ਕਿਤੇ ਗੈਰ ਹਾਜ਼ਰੀ ਲੱਗ ਜਾਵੇ। ਕਈ ਵਾਰ ਸਰੀਰ ਕਰਕੇ ਗੁਰੂ ਕੋਲ ਬੈਠੇ ਨੇ, ਚਿੱਤ ਕਰਕੇ ਫੁਰਨਿਆਂ ਕਰਕੇ ਕਿਤੇ ਹੋਰ ਤੁਰੇ ਫਿਰਦੇ ਆ। ਅਸੀਂ ਚਿੱਤ ਕਰਕੇ ਹਾਜ਼ਰ ਹੋਣਾ ਹੈ, ਚਿੱਤ ਕਰਕੇ ਹਾਜ਼ਰੀ ਲਵਾਉਣੀ। ਸਤਿਗੁਰੂ ਜੀ ਕਹਿੰਦੇ ਆ ਇਸ ਪਾਵਨ ਅੰਮ੍ਰਿਤ ਬਚਨ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਰਹਾਉ ਵਾਲਾ ਬੰਦ ਹੈ, ਜਿਹਦੇ ਵਿੱਚ ਕੇਂਦਰੀ ਭਾਵ ਦਿੰਦੇ ਆ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਚਿੱਤ ਰਾਮ ਜਪੋਜ ਚਿੱਤ ਲਾਏ, ਚਿੱਤ ਲਾ ਕੇ ਜਪਣਾ ਕਰੋ। ਹਰ ਜਸ ਵਖਰ ਲੈ ਚਲੋ, ਸਹ ਦੇਖੈ ਪਤੀ ਆਏ। ਸਤਿਗੁਰੂ ਜੀ ਕਹਿੰਦੇ ਐ ਇੱਥੋਂ ਜਿਹੜਾ ਪਰਮਾਤਮਾ ਦੇ ਨਾਮ ਦਾ, ਸਿਮਰਨ ਦਾ, ਬੰਦਗੀ ਦਾ, ਇਬਾਦਤ ਦਾ ਲਾਹਾ ਲੈ ਕੇ ਚੱਲੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਹੈ ਕਿ ਭਾਈ ਜੇ ਤੁਸੀਂ ਇੱਥੋਂ ਜਿਹੜਾ ਸੌਦਾ ਲੈ ਕੇ ਜਾਣਾ ਹੈ, ਇਹਨੂੰ ਲੈ ਕੇ ਜਾਣ ਵਾਸਤੇ ਜਦੋਂ ਤੁਸੀਂ ਆਪ ਧਨ ਖੱਟ ਕੇ ਲੈ ਕੇ ਜਾਓਗੇ ਤੇ ਪਤੀ ਆਏ ਉਹ ਖੁਸ਼ ਹੋਵੇਗਾ। ਮਾਲਕ ਜਿਹੜਾ ਹੈ ਨਾ, ਸਵਾਮੀ ਜਿਹੜਾ ਹੈ, ਜਿਹਨੇ ਸਾਨੂੰ ਸਵਾਸਾਂ ਦੀ ਰਾਸ ਪੂੰਜੀ ਦੇ ਕੇ ਭੇਜਿਆ ਸੀ ਵੀ ਆਹ ਲਓ ਸਵਾਸਾਂ ਦੀ ਰਾਸ ਪੂੰਜੀ, ਇਹਦਾ ਲਾਹਾ ਖੱਟ ਕੇ, ਤੇ ਜਦੋਂ ਤੁਸੀਂ ਧਨ ਨਾਮ ਦਾ ਲਾਹਾ ਖੱਟ ਕੇ ਲੈ ਕੇ ਜਾਓਗੇ ਤੇ ਫਿਰ ਉਹ ਪ੍ਰਭੂ ਪਰਮਾਤਮਾ ਸਾਡੇ ਤੇ ਬੇਅੰਤ ਖੁਸ਼ ਹੋਵੇਗਾ। ਰਹਾਉ ਸਤਿਗੁਰੂ ਜੀ ਵਿਸ਼ਰਾਮ ਦੇ ਕੇ
ਸਾਨੂੰ ਸਮਝਾਉਣਾ ਕਰਦੇ ਹਨ। ਜਿਨਾ ਰਾਸ ਨਾ ਸੱਚ ਹੈ, ਕਿਉ ਤਿਨਾ ਸੁਖ ਹੋਏ। ਹੁਣ ਜਿਨ੍ਹਾਂ ਕੋਲ ਦਰਗਾਹ ਦੇ ਵਿੱਚ ਰੱਬ ਜੀ ਦੇ ਕੋਲ ਜਦੋਂ ਪੇਸ਼ ਹੋਵੋਗੇ, ਆਤਮਾ ਪਰਮਾਤਮਾ ਦੇ ਕੋਲ ਪੇਸ਼ ਹੋਵੇਗੀ, ਤੇ ਉਹਨਾਂ ਕੋਲ ਸਵਾਸਾਂ ਦੀ ਪੂੰਜੀ ਤੇ ਖਰਚ ਲਈ ਪਰ ਕੋਈ ਕਮਾਈ ਨਾ ਹੋਈ। ਪਿਓ ਨੇ ਪੈਸੇ ਦਿੱਤੇ, ਪੁੱਤ ਕਮਾ ਕੇ ਕੁਛ ਨਹੀਂ ਲਿਆ, ਸਾਰੇ ਪੈਸੇ ਉਜਾੜ ਕੇ ਆ ਗਿਆ, ਤੇ ਫਿਰ ਕੀ ਹੁੰਦਾ ਹੈ? ਹੱਥ ਵਿੱਚ ਕੀ ਆਉਂਦਾ ਹੈ? ਪਿਤਾ ਦੀ ਨਾਰਾਜ਼ਗੀ ਆਉਂਦੀ ਹੈ। ਪੱਲੇ ਕੀ ਪੈਂਦਾ ਹੈ? ਪਰਮਾਤਮਾ ਦੇ ਕੋਲ ਜਦੋਂ ਜਾਵਾਂਗੇ, ਸਵਾਸਾਂ ਦੀ ਰਾਸ ਪੂੰਜੀ ਖਰਚ ਕੇ ਪਹੁੰਚਾਂਗੇ, ਤੇ ਇਸ ਰਾਸ ਪੂੰਜੀ ਦਾ ਧਨ ਨਾ ਕੋਲ ਹੋਇਆ, ਤੇ ਫਿਰ ਕੀ ਹੈ ਕਿ ਸਾਡੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਤਮਾ ਦੁਖੀ ਹੋਵੇਗੀ। ਆਤਮਕ ਆਨੰਦ ਮਿਲਣਾ ਸੀ ਨਾ। ਇੱਕ ਗੱਲ ਮੈਂ ਬੇਨਤੀ ਕਰਾਂ, ਆਨੰਦ ਤੋਂ ਯਾਦ ਆ ਗਿਆ, ਸਿੱਖੋ, ਆਨੰਦ ਸਾਹਿਬ ਦਾ ਪਾਠ ਕਰਨ ਵਾਲੇ ਬੜੇ ਸਿੱਖ ਦੇਖੇ ਹੈ, ਪਰ ਆਨੰਦ ਸਾਹਿਬ ਦਾ ਪਾਠ, ਆਨੰਦ ਨੂੰ ਪੜ੍ਹਦਿਆਂ ਜੇ ਆਤਮਾ ਦੇ ਅੰਦਰ ਆਨੰਦ ਨਹੀਂ ਨਾ ਬਣਿਆ, ਸਮਝ ਲੈਣਾ ਅਜੇ ਆਨੰਦ ਨਹੀਂ ਜੇ ਆਇਆ। ਅਜੇ ਅਸੀਂ ਗੁਰੂ ਦੀ ਬਾਣੀ ਨਹੀਂ ਜੇ ਪੜ੍ਹੀ। ਅਸੀਂ ਬੇਸ਼ੱਕ ਇੱਕ ਤੁਕ ਰੋਜ਼ ਦੀ ਪੜ੍ਹੋ, ਜਦੋਂ ਤੱਕ ਇੱਕ ਤੁਕ ਦੇ ਉੱਤੇ ਦੂਜੀ ਤੇ ਫਿਰ ਚੱਲੋ, ਫਿਰ ਤੀਜੀ ਤੇ ਚੱਲੋ, ਉਹਦਾ ਅਭਿਆਸ ਕਰੋ ਕਿ ਵਾਹਿਗੁਰੂ ਜੀ ਕਿਰਪਾ ਕਰਨ, ਕਿਉਂਕਿ ਜਿਹੜਾ ਆਨੰਦ ਬਣ ਜਾਣਾ ਹੈ ਨਾ, ਉਹ ਆਨੰਦ ਗਵਾਚਣਾ ਨਹੀਂ। ਜਿਹੜਾ ਆਨੰਦ ਭਾਈ ਸਾਹਿਬ ਜੀ ਦੇ ਆਰੇ ਦੇ ਥੱਲੇ ਵੀ ਬਣਿਆ ਰਿਹਾ, ਆਰੇ ਨਾਲ ਸਰੀਰ ਨੂੰ ਦਫਾੜ ਕਰ ਦਿੱਤਾ, ਪਰ ਆਤਮਕ ਆਨੰਦ ਦਫਾੜ ਨਹੀਂ ਸੀ ਹੋਇਆ। ਸਤਿਗੁਰੂ ਦੇ ਕੋਲੋਂ ਇਹ ਮਿਲਦਾ ਹੈ, ਇਹ ਕਿਤੋਂ ਹੋਰ ਨਹੀਂ ਮਿਲਦਾ। ਜਿਹੜਾ ਆਤਮਕ ਆਨੰਦ ਪ੍ਰਾਪਤ ਹੋਣਾ ਹੈ, ਇਸ ਰਾਸ ਪੂੰਜੀ ਨੂੰ ਖਰਚ ਸਹੀ ਤਰੀਕੇ ਨਾਲ ਹੋਏਗੀ ਤਾਂ ਮਿਲਣਾ ਹੈ, ਉੱਦਾਂ ਨਹੀਂ ਮਿਲਣਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਕੋਲ ਇਹ ਨਹੀਂ ਹੋਏਗੀ ਰਾਸ ਪੂੰਜੀ, ਫਿਰ ਉਹ ਦੁਖੀ ਹੋਣਗੇ, ਉਹਨਾਂ ਨੂੰ ਸੁਖ ਆਤਮਕ ਆਨੰਦ ਨਹੀਂ ਪ੍ਰਾਪਤ ਹੋਵੇਗਾ। ਖੋਟਾ ਵਣਜ ਵਣਜਿਆ, ਮਨ ਤਨ ਖੋਟਾ ਹੋਏ। ਜਦੋਂ ਧਾਨੀ ਗਲਤ, ਕਰੰਸੀ ਗਲਤ ਕੋਲ ਹੈ, ਤੇ ਹੁਣ ਮਨ ਤੇ ਤਨ, ਜਿਹੜਾ ਧਨ ਅਸੀਂ ਆ ਸੰਸਾਰ ਦਾ ਇਕੱਠਾ ਕੀਤਾ, ਪਦਾਰਥ ਇਕੱਠੇ ਕੀਤੇ, ਮਹਿਲ ਮਾੜੀਆਂ ਬਣਾਏ, ਝੂਠ ਮਾਰ ਕੇ, ਠੱਗੀਆਂ ਮਾਰ ਕੇ, ਇਹ ਅਸਲ ਵਿੱਚ ਆਤਮਾ ਦੀ ਪਰਮਾਤਮਾ ਤੋਂ ਦੂਰੀ ਕਿਉਂ ਪਈ? ਇਹ ਇੱਕ ਸ਼ਾਇਦ ਮਾਫੀ ਚਾਹੁੰਦਾ ਕਿ ਉੱਪਰ ਨਾ ਚਲਿਆ ਜਾਏ, ਸਮਾਂ ਕਾਹਲੀ 'ਚ ਹੈ। ਆਤਮਾ ਦੀ ਪਰਮਾਤਮਾ ਤੋਂ ਦੂਰੀ ਇਸ ਕਰਕੇ ਪੈ ਗਈ ਕਿ ਆਤਮਾ ਨੇ, ਅਸੀਂ ਜਿਹੜਾ ਝੂਠ ਬੋਲਦੇ ਨਾ, ਸਾਡੇ ਆਤਮਾ ਤੇ ਪਰਮਾਤਮਾ ਵਿੱਚ ਇੱਕ ਦੀਵਾਰ ਹੈ, ਉਹ ਦੀਵਾਰ ਹੈ ਝੂਠ ਦੀ, ਤੇ ਬਣਾਈ ਕਿਸੇ ਨੇ ਦੱਦਾ ਦੋਸ਼ ਨਾ ਦਿਓ, ਕਿਸੇ ਦੋਸ਼ ਕਰਮਾ ਆਪਣਾ। ਜਦੋਂ ਅਸੀਂ ਇੱਕ ਝੂਠ ਬੋਲਿਆ ਤਾਂ ਸਮਝ ਲਓ ਇੱਕ ਇੱਟ ਲਾਤੀ, ਦੂਜਾ ਝੂਠ, ਤੀਜਾ ਝੂਠ, ਅਸੀਂ ਆਪੇ ਹੀ ਆਪਣੇ ਸਾਹਮਣੇ ਦੀਵਾਰ, ਆਤਮਾ ਸੱਚ ਨਾਲ ਨਹੀਂ ਜੁੜੇ, ਝੂਠ ਨਾਲ ਜੁੜ ਗਏ। ਸੰਸਾਰ ਝੂਠ ਹੈ, ਤੇ ਸੰਸਾਰ ਦੀ ਚਮਕ ਦਮਕ ਸਾਨੂੰ ਖਿੱਚਦੀ ਆਪਣੇ ਵੱਲ, ਇਸ ਕਰਕੇ ਅਸੀਂ ਉਹਦੇ ਵਿੱਚ ਖਚਤ ਹੋ ਗਏ, ਗਲਤਾਨ ਹੋ ਗਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਝੂਠਾ ਵਣਜ ਸੀ ਨਾ, ਇਹ ਝੂਠਾ ਵਣਜ ਕਰਨ ਦੇ ਨਾਲ ਮਨ ਵੀ ਝੂਠਾ ਪੈ ਗਿਆ, ਤੇ ਤਨ ਵੀ ਝੂਠਾ ਪੈ ਗਿਆ। ਜਦੋਂ ਸੱਚੀ ਦਰਗਾਹ ਦੇ ਵਿੱਚ ਹਾਜ਼ਰ ਹੋਇਆ, ਕਿਉਂਕਿ ਸੱਚਾ ਧਨ ਨਾ ਹੋਣ ਕਰਕੇ ਇਹ ਜਿਹੜਾ ਹੈ ਇਹ ਖੋਟਾ, ਇਹ ਉੱਥੇ ਨਾ ਮਨ ਚੱਲਿਆ ਨਾ ਤਨ ਚੱਲਿਆ, ਉੱਥੇ ਕੋਈ ਚੀਜ਼ ਨਹੀਂ ਉਹਦੀ ਦਰਗਾਹ ਵਿੱਚ ਚੱਲਦੀ। ਫਾਹੀ ਫਾਥੇ ਮਿਰਗ ਜਿਉ, ਦੁਖ ਕਣੋ ਨਿਤਰ ਹੋਏ। ਜਿਵੇਂ ਮਿਰਗ ਆਪਣੀ ਫਾਹੀ ਵਿੱਚ ਫਸ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਆਪਣੀ ਫਾਹੀ ਮੱਕੜੀ ਜਾਲ ਵਿੱਚ ਆਪੇ ਫਸ ਗਿਆ, ਤੇ ਇਹ ਫਿਰ ਦੁਖੀ ਹੁੰਦਾ ਹੈ। ਜਦੋਂ ਮਿਰਗ ਫਸਿਆ ਉਹ ਦੁਖੀ ਹੁੰਦਾ ਹੈ। ਇਹ ਮਿਰਗ ਕਿਹੜਾ ਹੈ? ਇੱਥੇ ਆਤਮਾ ਜਿਹੜੀ ਹੈ ਝੂਠ ਦੇ ਨਾਲ ਠੱਗੀਆਂ ਮਾਰ ਕੇ ਧਨ ਵਿੱਚ, ਇਸ ਫਾਹੀ ਵਿੱਚ ਫਸ ਗਿਆ, ਤੇ ਫਿਰ ਆਤਮਾ ਦਰਗਾਹ ਵਿੱਚ ਜਦੋਂ ਗਈ ਤੇ ਉੱਥੇ ਸ਼ਰਮਿੰਦਾ ਹੋਇਆ। ਤੇ ਉੱਥੇ ਇਹਨੂੰ, ਕਿਉਂਕਿ ਸਤਿਗੁਰੂ ਜੀ ਕਹਿੰਦੇ ਜਬ ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਉਹਦੇ ਕੋਲੋਂ ਜਮ ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ, ਜਿਹਦਾ ਪਰਮਾਤਮਾ ਦਾ ਨਾਮ ਨਾਲ ਮਨ ਲੱਗ ਜਾਂਦਾ, ਪਰ ਜਿਹਦਾ ਨਹੀਂ ਲੱਗਦਾ ਫਿਰ ਉਹਨੂੰ ਸ਼ਰਮਿੰਦੇ ਹੋਣਾ ਪੈਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਉੱਥੇ ਉਹਨੂੰ ਫਿਰ ਬਹੁਤ ਘਣੋਂ ਦੁੱਖ ਜਿਹੜਾ ਸੀਗਾ ਉਹ ਸਹਿਣਾ ਪਿਆ। ਸਤਿਗੁਰੂ ਜੀ ਕਹਿੰਦੇ ਫਿਰ ਉਹਦੀਆਂ ਚੀਕਾਂ ਨਿਕਲੀਆਂ, ਰੋਏ। ਉਹ ਰੋਂਦਾ ਹੈ, ਕੁਰਲਾਉਂਦਾ ਹੈ, ਜਮਕਾਲ ਸਹਿ ਸਿਰ ਡੰਡਾ ਹੈ। ਜਦੋਂ ਜਮਾਂ ਦਾ ਡੰਡਾ ਸਿਰ 'ਚ ਵੱਜਦਾ ਹੈ ਫਿਰ ਚੀਕਾਂ ਨਿਕਲਦੀਆਂ ਨੇ, ਹਾੜੇ ਨਿਕਲਦੇ ਨੇ, ਉਹਦੀਆਂ ਕੂਕਾਂ ਨਿਕਲਦੀਆਂ ਨੇ। ਹਾਂਜੀ। ਖੋਟੇ ਪੁੱਤ ਨਾ ਪਵੈ, ਤਿਨ ਹਰ ਗੁਰ ਦਰਸ ਨਾ ਹੋਏ। ਉਹ ਸੱਚਾ ਆ ਤੇ ਉਹਦੀ ਮਸ਼ੀਨ ਵੀ ਸੱਚੀ ਹੈ। ਉੱਥੇ ਖੋਟਾ ਸਿੱਕਾ ਨਹੀਂ ਚੱਲਣਾ, ਉਹ ਪਾਸੇ ਹੋ ਜਾਣਾ ਹੈ, ਉਹ ਖਜ਼ਾਨੇ 'ਚ ਨਹੀਂ ਪੈਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਤੇ ਜਦੋਂ ਕੋਲ ਧਨ ਨਾ ਹੋਇਆ, ਸੱਚਾ ਧਨ ਨਾ ਹੋਇਆ, ਤੇ ਗੁਰੂ ਦਾ ਦਰਸ਼, ਪਰਮਾਤਮਾ ਦੇ ਨਾਲ ਆਤਮਾ ਦਾ ਮਿਲਾਪ ਨਹੀਂ ਹੋਏਗਾ। ਜਾਤ ਨਾ ਪਤ ਹੈ, ਖੋਟ ਨਾ ਸੀਜਸ ਕੋਏ। ਜਦੋਂ ਫਿਰ ਉਹਦੀ ਕੋਈ ਇੱਜ਼ਤ ਨਹੀਂ ਰਹਿ ਜਾਏਗੀ, ਬੇਇੱਜ਼ਤੀ ਹੋਏਗੀ।
ਤੇ ਉਹਨੂੰ ਕੋਈ ਵੀ ਕਾਮਯਾਬੀ, ਸੀਜਸ ਦਾ ਅਰਥ ਹੈ ਕਾਮਯਾਬੀ, ਹਾਸਲ ਨਹੀਂ ਹੋਵੇਗੀ। ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਜਿਹੜਾ ਮਨੁੱਖ ਖੋਟਾ ਧਨ ਇਕੱਠਾ ਕਰਦਾ ਹੈ ਫਿਰ ਉਹ ਆਪਣੀ ਬੇਇੱਜ਼ਤੀ ਹੀ ਕਰਵਾਉਂਦਾ ਹੈ। ਨਾਨਕ ਮਨ ਸਮਝਾਈਐ, ਗੁਰ ਕੈ ਸ਼ਬਦ ਸਲਾਹ। ਨਾਨਕ, ਇੱਥੇ ਜੁਮਕੀ ਲਾਵਾਂਗੇ, ਨਾਨਕ ਮਨ ਸਮਝਾਈਐ। ਹੇ ਨਾਨਕ, ਐ ਨਾਨਕ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮਨ ਨੂੰ ਸਮਝਾਉਣਾ ਕਰੀਏ। ਕਿਵੇਂ ਸਮਝਾਇਆ ਜਾਵੇ ਮਨ? ਫਿਰ ਮਨ ਕਿਵੇਂ? ਗੁਰ ਸ਼ਬਦੀ ਇਹ ਮਨ ਹੋੜੀਏ। ਗੁਰੂ ਦੇ ਸ਼ਬਦ ਦੁਆਰਾ ਸਤਿਗੁਰੂ ਜੀ ਕਹਿੰਦੇ ਐ ਭਾਈ, ਗੁਰ ਕਾ ਸ਼ਬਦ ਸਾਲਾਹ। ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਸ਼ਬਦ ਦੁਆਰਾ ਆਤਮਾ ਨੂੰ ਪਰਮਾਤਮਾ ਨਾਲ ਜੋੜਿਆ ਜਾ ਸਕਦਾ। ਇੱਕੋ ਹੀ ਰਸਤਾ ਹੈ ਗੁਰੂ ਦੁਆਰਾ ਇਹ ਸੋਝੀ ਜਿਹੜੀ ਹੈ ਹੁੰਦੀ ਹੈ ਪਰਮਾਤਮਾ ਨਾਲ ਮਿਲਾਪ ਦੀ। ਰਾਮ ਨਾਮ ਰੰਗ ਰਤਿਆ, ਪਾਰ ਨਾ ਭਰਮ ਤਿਨਾ। ਜਿਨ੍ਹਾਂ ਦੀ ਆਤਮਾ ਦੇ ਉੱਤੇ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ਫਿਰ ਉਹਨਾਂ ਨੂੰ ਇਹ ਜਿਹੜਾ ਸੰਸਾਰ ਦੇ ਪਦਾਰਥਾਂ ਦਾ ਭਰਮ ਨਹੀਂ ਰਹਿ ਜਾਂਦਾ। ਉਹਨਾਂ ਨੂੰ ਪਤਾ ਹੈ ਕਿ ਇਹ ਖੋਟਾ ਧਨ ਹੈ। ਉਹਨਾਂ ਦੇ ਆਤਮਾ ਦੇ ਉੱਤੇ ਇਸ ਖੋਟੇ ਧਨ ਦਾ ਬੋਝ ਵੀ ਨਹੀਂ ਰਹਿ ਜਾਂਦਾ, ਕਿਉਂਕਿ ਆਤਮਾ ਪਰਮਾਤਮਾ ਦੇ ਰੰਗ ਵਿੱਚ ਸਤਿਗੁਰ ਸੇਤੀ ਰਤਿਆਂ ਦਰਗਾਹ ਪਜਠਾ, ਉਹਨਾਂ ਨੂੰ ਦਰਗਾਹ ਵਿੱਚ ਥਾਂ ਮਿਲ ਜਾਂਦੀ ਹੈ। ਹਰ ਜਪ ਲਾਹ ਅਗਲਾ, ਨਿਰਭਉ ਹਰ ਮਨ ਮਾਹ। ਤੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਸਿਮਰਨ ਦਾ ਲਾਹਾ ਜਿਨ੍ਹਾਂ ਨੇ ਖਟਿਆ, ਤੇ ਉਹ ਕਿਵੇਂ ਖੱਟਿਆ? ਉਸ ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਨਿਰਭਉ ਨਾਲ ਜੁੜ ਜਾਂਦਾ ਹੈ ਉਹ ਇੱਥੋਂ ਲਾਹਾ ਖੱਟ ਕੇ ਜਾਂਦਾ ਹੈ। ਉਹਨਾਂ ਦੇ ਮਨ ਦੇ ਵਿੱਚ ਉਹ ਪਰਮਾਤਮਾ ਆ ਵਸਦਾ ਹੈ। ਗੁਰੂ ਦੁਆਰਾ ਪਰਮਾਤਮਾ ਮਨ ਵਿੱਚ ਵਸਣ ਕਰਕੇ ਉਹ ਇੱਥੋਂ ਲਾਹਾ ਲੈ ਕੇ ਜਾਂਦੇ ਨੇ। ਉਹਨਾਂ ਦਾ ਜੀਵਨ ਮਾਨਸ ਜਨਮ ਇਹੀ ਲਾਹੋ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਲਾਹਾ ਖੱਟਿਆ ਹੈ। ਇੱਥੋਂ ਧਨ ਦੀ ਖੱਟੀ ਖੱਟੀ ਹੈ। ਇਸ ਤੋਂ ਭਾਈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਿੰਘ ਸਾਹਿਬਾਨ ਜੀ ਦਾ ਔਰ ਸਮੁੱਚੇ ਪ੍ਰਬੰਧਕਾਂ ਦਾ, ਚੇਅਰਮੈਨ ਸਾਹਿਬ ਦਾ, ਪ੍ਰਧਾਨ ਜੀ ਦਾ, ਸਮੁੱਚੇ ਪ੍ਰਬੰਧ ਦਾ ਦਾਸ ਸਮੁੱਚੇ ਰੂਪ ਵਿੱਚ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ, ਜਿਨ੍ਹਾਂ ਨੇ ਇਹ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਜੋ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਤਿਨਾਂ ਦੇ ਪਾਵਨ ਪਵਿੱਤਰ ਸਥਾਨ ਤੋਂ ਆਪ ਜੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਰੀਆਂ ਸੰਗਤਾਂ ਨੂੰ ਉਹਨਾਂ ਨੇ ਲਾਹਾ ਖੱਟਿਆ, ਬਾਬਾ ਦੀਪ ਸਿੰਘ ਵਰਗਿਆਂ ਨੇ। ਮੈਂ ਕਹਿੰਦਾ ਇੰਨਾ ਲਾਹਾ ਖੱਟਿਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਸਿਰ ਰੱਖ ਦਿੱਤਾ, ਸਿਰ ਭੇਟ ਕਰ ਦਿੱਤਾ। ਉਹਨਾਂ ਨੂੰ ਇਹ ਲੱਗਿਆ ਕਿ ਮੇਰੇ ਸਿਰ ਦੀ ਕੀਮਤ ਘੱਟ ਹੈ, ਗੁਰੂ ਦੇ ਦਰ ਦੀ ਕੀਮਤ ਜ਼ਿਆਦਾ ਹੈ। ਇਹ ਹੈ ਲਾਹਾ ਜਿਨ੍ਹਾਂ ਨੇ ਖੱਟਿਆ ਹੈ। ਸੋ ਭਾਈ ਸਾਰੀਆਂ ਸੰਗਤਾਂ ਦਾ ਧੰਨਵਾਦ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਗੁਰੂ ਦੇ ਬਚਨ ਆਪਣੇ ਹਿਰਦੇ 'ਚ ਵਸਾ ਕੇ ਇੱਕ ਅਰਦਾਸ ਮੇਰੇ ਵਾਸਤੇ ਸੰਗਤ ਜੀ ਕਰ ਦਿਓ। ਬੇਸ਼ੱਕ ਸੱਚੇ ਪਾਤਸ਼ਾਹ ਗਰੀਬੀ ਦਾ ਰਾਜ ਬਖਸ਼ੀ, ਇਹ ਪਰਸੀਸ ਤੇ ਸਿੱਖੀ ਦਾ ਤਾਜ ਬਖਸ਼ੀ, ਭੁੱਲਾਂ ਚੁੱਕਾਂ ਦੀ ਖਿਮਾ। ਸੋ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਨਾਨਕ ਮਨ ਸਮਝਾਈਐ, ਗੁਰ ਕੈ ਸ਼ਬਦ ਸਲਾਹ। ਰਾਮ ਨਾਮ ਰੰਗ ਰਤਿਆ, ਪਾਰ ਨਾ ਭਰਮ ਤਿਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਹਰ ਮਨ ਮਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ